ਸੋ ਸਾਧ ਸੰਗਤ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਫਿਰ ਤੋਂ ਇੱਕ ਵਾਰ ਲਾਈਵ ਪ੍ਰੋਗਰਾਮ ਦੇ। ਬੜੇ ਦਿਨਾਂ ਤੋਂ ਅਸੀਂ ਜਿਹੜੀ ਹੈ ਵਿਚਾਰ ਚਰਚਾ ਉਹ ਬੰਦ ਕੀਤੀ ਹੋਈ ਸੀ ਕਿਸੇ ਕਾਰਨ ਕਰਕੇ, ਪਰ ਅੱਜ ਫਿਰ ਤੋਂ ਆਪਾਂ ਜਿਹੜੀ ਹੈ ਵਿਚਾਰ ਉਹ ਸ਼ੁਰੂ ਕਰ ਦਿੱਤੀ ਹੈ। ਔਰ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸਾਡੇ ਨਾਲ ਜੁੜਨ ਵਾਸਤੇ ਜਿਹੜਾ ਹੈ ਉਹ ਤਿਆਰ ਹੋ ਚੁੱਕੇ ਨੇ। ਔਰ ਬਹੁਤ ਹੀ ਜਲਦ ਉਹ ਸਾਡੇ ਨਾਲ ਅਗਲੇ 5 ਮਿੰਟ 7 ਮਿੰਟ ਦੇ ਵਿੱਚ ਭਾਈ ਸਾਹਿਬ ਸਾਡੇ ਨਾਲ ਜੁੜ ਜਾਣਗੇ ਔਰ ਅਸੀਂ ਉਹਨਾਂ ਨੂੰ ਜਿਹੜੀ ਉਹਨਾਂ ਨਾਲ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੈ ਉਹ ਸ਼ੁਰੂ ਕਰ ਦੇਣੀ ਹੈਗੀ ਹੈ। ਸੋ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਸਾਡੇ ਨਾਲ ਆ ਚੁੱਕੇ ਨੇ ਲਾਈਵ। ਉਹਨਾਂ ਨੂੰ ਅਸੀਂ ਰਿਕੁਐਸਟ ਭੇਜ ਦਿੱਤੀ ਹੈ, ਨਾਲ ਵਿਚਾਰ ਵਾਸਤੇ ਆਉਣ ਵਾਸਤੇ ਤਿਆਰ ਨੇ। ਸੋ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ। ਹਾਂਜੀ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਦਾਂ ਬਾਪੂ ਜੀ, ਠੀਕ ਠਾਕ ਹੋ? ਠੀਕ ਹੈ ਜੀ, ਚੜ੍ਹਦੀ ਕਲਾ। ਚਲੋ ਸ਼ੁਕਰ ਹੈ ਮਾਲਕ ਦਾ। ਸੋ ਬਾਪੂ ਜੀ, ਬੜੇ ਦਿਨ ਤੋਂ ਤੁਹਾਡੀ ਉਡੀਕ ਸੀ ਔਰ ਕਾਫੀ ਜ਼ਿਆਦਾ ਅਸੀਂ ਇਹ ਵਿਚਾਰ ਕਰ ਰਹੇ ਸਾਂ, ਸੋਚ ਰਹੇ ਸਾਂ ਕਿ ਜਲਦੀ ਤੋਂ ਜਲਦੀ ਤੁਹਾਡੇ ਨਾਲ ਵਿਚਾਰ ਚਰਚਾ ਜਿਹੜੀ ਹੈ ਉਹ ਐਸਾ ਸਮਾਂ ਮਿਲੇ ਕਿ ਆਪ ਜੀ ਨਾਲ ਵਿਚਾਰ ਚਰਚਾ ਹੋਵੇ। ਸੋ ਅੱਜ ਇਹ ਸੁਭਾਗ ਸਾਨੂੰ ਮਿਲਿਆ ਕਿ ਤੁਹਾਡੇ ਨਾਲ ਵਿਚਾਰ ਚਰਚਾ ਹੋ ਰਹੀ ਹੈ। ਬਹੁਤ ਮਿਹਰਬਾਨੀ ਜੀ। ਚਲੋ ਸੰਗਤਾਂ ਦਾ ਪਿਆਰ ਹੈ, ਜਿਵੇਂ ਕਿਵੇਂ ਵੀ ਆਪਾਂ ਨੂੰ ਪ੍ਰਾਪਤ ਹੋ ਸਕਦਾ ਹੈ। ਮੈਂ ਇਸ ਦਾ ਇੱਛੁਕ ਹੈ ਬਹੁਤ ਜ਼ਿਆਦਾ ਜੀ ਜੀ। ਸੋ ਭਾਈ ਸਾਹਿਬ ਜੀ, ਆਪਾਂ ਸਮਾਂ ਜਿਹੜਾ ਹੈ ਜ਼ਿਆਦਾ ਨਾ ਲੈਂਦੇ ਹੋਏ ਵਿਚਾਰ ਆਪਾਂ ਸ਼ੁਰੂ ਕਰੀਏ। ਜਿਹੜਾ ਅੱਜ ਦਾ ਸਾਡਾ ਮੇਨ ਟੌਪਿਕ ਸੀ ਬਾਪੂ ਜੀ, ਉਹ ਇਹ ਸੀ ਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ, ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਕੀ ਉਹ ਆਪਣੇ ਵਿਰਸੇ ਦੀ ਸੰਭਾਲ ਕਰ ਪਾਏਗੀ? ਜਿਹੜਾ ਸਾਡਾ ਵਿਰਸਾ ਹੈ ਜੀ, ਬਿਲਕੁਲ। ਮੈਂ ਇਹਦੇ ਲਈ 2-4 ਗੱਲਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਨੰਬਰ 1, ਵਿਰਸੇ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਜੇ ਕਿਤੇ ਇਹੋ ਜਿਹੀਆਂ ਇਤਿਹਾਸਕ ਕਥਾ ਕਹਾਣੀਆਂ ਜਾਂ ਕੋਈ, ਜਿਵੇਂ ਅੱਜ ਆਪਾਂ ਦੇਖ ਰਹੇ ਹਾਂ ਬਾਕੀ ਧਰਮਾਂ ਦੇ ਵਿੱਚ ਕਈ ਤਰ੍ਹਾਂ ਦੇ ਪਖੰਡ ਕੀਤੇ ਜਾ ਰਹੇ ਹੈ, ਉਹਨਾਂ ਦੇ ਨੁਮਾਇੰਦੇ ਧਰਮ ਨੂੰ ਪ੍ਰਚਾਰਨ ਵਾਲੇ ਲੋਕਾਂ ਨੂੰ ਲੱਭ ਲੋਭ ਲਾਲਚ ਵਿੱਚ ਫਸਾ ਰਹੇ ਹੈ। ਭਈ ਇਵੇਂ ਦੁੱਖ ਠੀਕ ਹੋ ਜਾਂਦੇ, ਇਵੇਂ ਆਹ ਠੀਕ ਹੋ ਜਾਂਦਾ, ਕਈ ਤਰ੍ਹਾਂ ਦੀ ਇਹੋ ਜਿਹੀਆਂ ਗੱਲਾਂ ਕਰ ਰਹੇ ਆ। ਪਹਿਲੀ ਗੱਲ ਤਾਂ ਇਹ ਪਹਿਚਾਣ ਹੋਣੀ ਚਾਹੀਦੀ ਹੈ ਵੀ ਜਿਹੜਾ ਗੁਰਮਤਿ ਦਾ ਵਿਰਸਾ ਹੈ ਉਹ ਸਮੁੱਚਾ ਜੀਵਨ ਜਾਚ ਵਿਰਸਾ ਹੈ, ਉਹ ਸਮੁੱਚੀ ਮਾਨਵਤਾ ਦੀ ਵਿਰਸਾ ਹੈ, ਉਹ ਇੱਕ ਜੀਵਨ ਜੁਗਤ ਹੈ, ਜਿਉਣ ਦਾ ਵਿਰਸਾ ਹੈ। ਜੇ ਕਿਸੇ ਨੇ ਆਪਣੀ ਜ਼ਿੰਦਗੀ ਸੁਹੇਲੀ ਕਰਨੀ ਹੈ ਤਾਂ ਉਹਨੂੰ ਇਸ ਵਿਰਸੇ ਨੂੰ ਪਹਿਚਾਨਣਾ ਪਏਗਾ। ਗੁਰੂ ਸਾਹਿਬ ਜੀ ਨੇ 239 ਸਾਲ, ਕਰੀਬ ਕਹਿ ਲਓ ਵੀ 2.5 ਸਦੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਜਿਉ ਕੇ ਦਿਖਾਇਆ। ਹਰ ਮੁਸ਼ਕਿਲ ਵਿੱਚੋਂ ਹੱਲ ਕੱਢ ਕੇ ਉਹਨਾਂ ਨੇ ਦਿਖਾਇਆ। ਮੁਸ਼ਕਿਲਾਂ ਨਾਲ ਭੱਜਣਾ ਨਹੀਂ ਸਿਖਾਇਆ। ਨਗਰ ਵਸਾਏ, ਚੰਗੇ ਕੱਪੜੇ ਪਹਿਨੇ, ਚੰਗਾ ਖਾਣਾ ਖਾਧਾ, ਚੰਗੇ ਪ੍ਰਸ਼ਾਦੇ ਪਾਣੀ, ਮਨੁੱਖਤਾ ਦੇ ਦੁੱਖਾਂ ਦੀ ਗੱਲਾਂ ਕੀਤੀਆਂ। ਹਰ ਇੱਕ ਗੱਲ ਜੀਵਨ ਜੁਗਤ ਨਾਲ ਜੁੜੀ ਹੋਈ ਹੈ। ਪਹਿਲੀ ਗੱਲ ਤੇ ਮੈਂ ਇਹ ਬੇਨਤੀ ਕਰਾਂਗਾ ਕਿ ਸਾਨੂੰ ਆਪਣੇ ਵਿਰਸੇ ਦੀ ਪਹਿਚਾਣ ਹੋਣੀ ਚਾਹੀਦੀ ਹੈ। ਸਾਡਾ ਵਿਰਸਾ ਕੋਈ ਮਿਥਿਹਾਸਕ ਕਹਾਣੀਆਂ ਨਹੀਂ, ਸਾਡਾ ਵਿਰਸਾ ਇੱਕ ਜੀਵਿਆ ਹੋਇਆ ਵਿਰਸਾ ਹੈ। ਸਾਡੇ ਕੋਲ ਗੁਰਬਾਣੀ ਦਾ ਪਿਓ ਦਾਦੇ ਦਾ ਖਜ਼ਾਨਾ ਹੈ, ਸਾਡੇ ਕੋਲ ਸ਼ਹੀਦਾਂ ਦੀ ਰੱਤ ਹੈ, ਸਾਡੇ ਕੋਲ ਇੱਕ ਬਹੁਤ ਅਮੋਲਕ ਜੀਵਨ ਜੀਵਿਆ ਹੋਇਆ। ਗੁਰੂ ਕੇ ਸਿੱਖਾਂ ਨੇ ਸਬਰ ਸੰਤੋਖ ਪੱਖੋਂ ਲੱਭ ਲੋਭ ਤੋਂ ਉੱਚੇ ਉੱਠ ਕੇ, ਮੋਹ ਮਮਤਾ ਤੋਂ ਉੱਚੇ ਉੱਠ ਕੇ, ਜੰਗ ਦੇ ਮੈਦਾਨ ਵਿੱਚ ਵੀ ਮੁਹੱਬਤ ਦੀਆਂ ਗਲਵਕੜੀਆਂ ਪਾਈਆਂ ਹੋਈਆਂ। ਅਸੀਂ ਕਿਸੇ ਦੇ ਜ਼ਖਮਾਂ ਤੇ ਵੀ ਪ੍ਰੀਤਾਂ ਦੀ ਮੱਲਮ ਲਾਈ ਹੋਈ ਹੈ। ਅਸੀਂ ਕਿਸੇ ਦੇ ਫੱਟਾਂ ਦੇ ਉੱਤੇ ਵੀ ਆਪਣੇ ਪਿਆਰ ਦੀ ਭਾਵਨਾ ਦੀ ਮੱਲਮ ਲਾਈ ਹੋਈ ਹੈ। ਅਸੀਂ ਭਾਈ ਕਨਈਏ ਵਰਗਾ ਜੀਵਨ ਜੀਵਿਆ ਹੋਇਆ। ਅਸੀਂ ਸਮੁੱਚੀ ਮਾਨਵਤਾ ਦਾ ਭਲਾ ਮੰਗਣ ਵਾਲੇ ਹਾਂ ਤੇ ਇਸ ਲਈ ਇਸ ਵਿਰਸੇ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰਬਾਣੀ ਵਿੱਚ ਕੋਈ ਇਹੋ ਜਿਹੀਆਂ ਕਥਾ ਕਹਾਣੀਆਂ ਨਹੀਂ। ਗੁਰਬਾਣੀ ਇੱਕ ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਦਾ ਵਿਰਸਾ ਹੈ, ਜਿਹੜਾ ਗੁਰੂਆਂ ਨੇ
ਤੇ ਬਾਕੀਆਂ ਨੇ ਜੂ ਕੇ ਸਾਨੂੰ ਸਿਖਾਇਆ। ਔਰ ਮੈਂ ਨਾਲ ਇਹ ਵੀ ਬੇਨਤੀ ਕਰਦੇ ਹਾਂ, ਹੈਰਾਨ ਹੋ ਜਾਈਦਾ ਕਿਤੇ ਅਜੋਕੀ ਜਿਹੜੀ ਅੱਜ ਜਵਾਨ ਪੀੜ੍ਹੀ ਗੁੰਮਰਾਹ ਹੋਈ ਹੈ, ਉਹ ਕਿਤੇ ਗੁਰਮਤ ਦੇ ਵਿਰਸੇ ਨੂੰ ਪਛਾਣ ਲਵੇ। ਤੇ ਗੁਰੂ ਘਰ ਦੇ ਵਿੱਚ ਤਾਂ ਸਭ ਤੋਂ ਵਧੇਕ ਗੱਲ ਹੀ ਜਵਾਨੀ ਦੀ ਹੈ। ਮੈਂ ਹੈਰਾਨ ਹੁੰਦਾ ਜਦੋਂ ਮੈਂ ਪੜ੍ਹਦਾ, ਸਭ ਤੋਂ ਵਧੇਕ ਗੱਲ ਹੀ ਜਵਾਨੀ ਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤਿੰਨੇ ਉਮਰਾਂ ਹੰਢਾਈਆਂ, ਬਚਪਨ ਵੀ ਹੰਢਾਇਆ, ਜਵਾਨੀ ਵੀ ਹੰਢਾਈ, ਤੇ ਉਹਨਾਂ ਨੇ ਬੁਢਾਪਾ ਵੀ ਹੰਢਾਇਆ। ਤੇ ਇਹ ਗੱਲ ਸੋਚਣ ਵਾਲੀ, ਵੇਖਣ ਵਿਚਾਰਨ ਵਾਲੀ ਹੈ, ਗੁਰੂ ਨਾਨਕ ਸਾਹਿਬ ਦੀ ਜਵਾਨੀ ਕਿਹੋ ਜਿਹੀ ਹੈ। ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦਾ ਆਪ ਹੀ ਖੁਦ ਜਿਹੜਾ ਜਨਮ 1504 ਦੇ ਵਿੱਚ ਹੋਇਆ। ਤੁਸੀਂ ਖੁਦ ਦੇਖੋ ਵੀ ਜਦੋਂ ਉਹ 1532 ਵਿੱਚ ਗੁਰੂ ਚਰਨਾਂ ਚ ਆਏ ਤੇ ਉਹਨਾਂ ਦੀ ਉਮਰ 28 ਸਾਲ ਹੈ। 28 ਸਾਲ ਦੀ ਭਰ ਜਵਾਨੀ ਉਮਰ ਵਿੱਚ ਗੁਰੂ ਘਰ ਰਹਿ ਕੇ ਉਹਨਾਂ ਨੇ ਉਹ ਸੇਵਾ ਕੀਤੀ, ਗੁਰਬਾਣੀ ਪੜ੍ਹੀ, ਗੁਰਬਾਣੀ ਵਿਚਾਰੀ, ਤੇ ਮਾਨਵਤਾ ਦੀ ਸੇਵਾ ਦੀ ਗੱਲ ਕੀਤੀ। ਇੱਕ ਦਿਨ ਵਕਤ ਆਇਆ, ਗੁਰੂ ਨਾਨਕ ਸਾਹਿਬ ਨੇ ਆਪਣਾ ਟਿਕਾਣਾ ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ ਚ ਕਰ ਲਿਆ। ਉਦੋਂ ਭਰ ਜਵਾਨੀ ਦੀ ਗੱਲ ਹੈ, ਉਦੋਂ ਉਹਨਾਂ ਦੀ ਉਮਰ ਕਰੀਬ 35 ਸਾਲਾਂ ਦੇ ਨੇੜੇ ਹੈ, ਜਦੋਂ ਗੁਰੂ ਨਾਨਕ ਸਾਹਿਬ ਦਾ ਰੂਪ ਬਣ ਗਏ ਸਨ। ਫਿਰ ਗੁਰੂ ਅਮਰਦਾਸ ਜੀ ਦੀ ਜਵਾਨੀ ਵੇਖੀਏ, ਉਹਨਾਂ ਦੀ ਜਵਾਨੀ ਉਸ ਇਹ ਗੱਲ ਵੱਖਰੀ ਹੈ ਵੀ ਉਸ ਵੇਲੇ ਉਹ ਭਾਵੇਂ ਭਰਮ ਨੂੰ ਧਰਮ ਸਮਝ ਕੇ ਕੁਆਰੇ ਸਨ, ਪਰ ਉਹਨਾਂ ਦੀ ਜਵਾਨੀ ਕਿੰਨੀ ਬੇਦਾਗ ਹੈ ਤੇ ਮਾਨਵਤਾ ਦੇ ਭਲੇ ਦੀ ਹੈ। ਗੁਰੂ ਰਾਮਦਾਸ ਜੀ ਜਵਾਨੀ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਨੇੜੇ ਕਰ ਦਿੰਦੀ ਹੈ। ਗੁਰੂ ਰਾਮਦਾਸ ਜੀ ਦੀ ਜਵਾਨੀ ਉਹ ਹੈ ਜਿਨ੍ਹਾਂ ਨੇ ਬਚਪਨ ਵਿੱਚ ਮਾਂ ਤੁਰ ਗਈ, ਪਿਤਾ ਤੁਰ ਗਿਆ, ਪਰ ਜਵਾਨੀ ਵਿੱਚ ਕੋਈ ਜ਼ਿੰਦਗੀ ਦਾ ਕਦਮ ਕਿਸੇ ਕੁਰਾਹੇ ਪੈਣਾ ਤੇ ਇੱਕ ਪਾਸੇ ਰਿਹਾ। ਉਹਨਾਂ ਨੇ ਇੰਨਾ ਦਿਲ ਜਿੱਤ ਲਿਆ ਗੁਰੂ ਅਮਰਦਾਸ ਜੀ ਦਾ, ਆਪਣੇ ਜ਼ਿਕਰ ਦਾ ਟੁਕੜਾ ਬੀਬੀ ਭਾਨੀ ਦਾ ਰਿਸ਼ਤਾ ਕਰ ਦਿੱਤਾ। ਇੱਥੇ ਹੀ ਗੱਲ ਨਾ ਮੁੱਕੀ, ਗੁਰੂ ਅਮਰਦਾਸ ਜੀ ਨੇ ਆਪਣੇ ਆਸਣ ਤੇ ਬਿਠਾ ਦਿੱਤਾ। ਗੁਰੂ ਅਰਜਨ ਪਾਤਸ਼ਾਹ ਜੀ 1563 ਵਿੱਚ ਜਨਮ ਹੁੰਦਾ ਹੈ, 1581 ਵਿੱਚ ਗੁਰਗੱਦੀ ਮਿਲਦੀ ਹੈ। 18 ਸਾਲ ਦੀ ਉਮਰ ਹੈ ਉਹਨਾਂ ਦੀ। 18 ਸਾਲ ਦੀ ਉਮਰ ਨੇ 18 ਸਾਲ ਦੀ ਉਮਰ ਨੇ ਅੱਟਾਂ ਦੀ ਉਹ ਤਸੱਲੀ ਕਰਵਾ ਦਿੱਤੀ ਜਿਹੜੀ ਕਿਤੋਂ ਵੀ ਨਹੀਂ ਸੀ ਹੋਈ। ਜਦੋਂ ਗੁਰੂ ਅਰਜਨ ਪਾਤਸ਼ਾਹ ਗੁਰਗੱਦੀ ਤੇ ਬੈਠੇ ਨੇ, ਉਦੋਂ 18 ਸਾਲ ਦੀ ਉਮਰ ਹੈ। 18 ਸਾਲ ਦੇ ਜਵਾਨ ਨੂੰ ਦੇਖ ਕੇ ਪੱਟ ਕਹਿ ਉੱਠੇ, ਪੰਨ ਮੱਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਸਾਡੀ ਜਵਾਨੀ ਤਾਂ ਰੱਬ ਵਰਗੀ ਜਵਾਨੀ ਹੈ। ਇਹ ਸਾਡੀ ਜਵਾਨੀ ਸੀ, ਜੇ ਕਿਤੇ ਸਾਚੀ ਵਿਰਸੇ ਤੋਂ ਪਹਿਚਾਣ ਕਰ ਲੈਂਦੇ। ਗੁਰੂ ਹਰਗੋਬਿੰਦ ਸਾਹਿਬ 1595 ਚ ਉਹਨਾਂ ਦਾ ਪ੍ਰਕਾਸ਼ ਹੈ ਤੇ 1606 ਵਿੱਚ ਗੁਰਗੱਦੀ ਮਿਲਦੀ। 11 ਸਾਲ ਦੀ ਸਾਰੀ ਉਮਰ ਹੈ ਉਹਨਾਂ ਦੀ। ਹੈਰਾਨੀ ਦੀ ਗੱਲ ਇਹ ਹੈ ਵੀ ਉਹਨਾਂ ਨੇ ਗੁਰਗੱਦੀ ਦੇ ਉੱਤੇ, ਤਖਤ ਦੇ ਉੱਤੇ ਬੈਠ ਕੇ 11 ਸਾਲ ਦੀ ਉਮਰ ਚ ਵਕਤ ਦੇ ਹਾਕਮ ਨਾਲ ਟੱਕਰ ਲੈ ਕੇ, ਤੇ ਉਸ ਵੇਲੇ ਦੇ ਢਾਡੀਆਂ ਨੇ ਗਾਇਆ, ਪੱਗ ਤੇਰੀ ਕੀ ਜਹਾਂਗੀਰ ਦੀ। ਆਹ ਜਵਾਨੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਤੇਰੀ ਜਵਾਨੀ, ਤੇਰੀ ਪੱਗ ਨੂੰ ਕਿਸੇ ਦੇ ਬੇਇਨਸਾਫੀ ਦਾ ਲਹੂ ਨਹੀਂ ਲੱਗਿਆ ਹੋਇਆ, ਤੇਰੀ ਪੱਗ ਨੂੰ ਕਿਸੇ ਦਰਿੰਦਗੀ ਦਾ ਦਾਗ ਨਹੀਂ ਲੱਗਿਆ ਹੋਇਆ। ਤੂੰ ਵੱਡ ਯੋਧਾ ਪਰਉਪਕਾਰੀ ਹੈ। 11 ਸਾਲ ਦੀ ਉਮਰ ਚ ਗੁਰੂ ਦੇ ਕੋਲ। ਔਰ ਯਾਦ ਰੱਖਿਓ, ਜੇ ਉਸ ਵੇਲੇ 1509 ਦੇ ਵਿੱਚ ਸਿਰਫ 3 ਸਾਲਾਂ ਦੀ ਉਮਰ ਬਾਅਦ ਵਿੱਚ 14-15 ਸਾਲ ਦੀ ਉਮਰ ਹੈ। ਸਾਡੀ 15 ਸਾਲ ਦੀ ਉਮਰ ਜਿਹੜੀ ਆ ਉਹ ਅਕਾਲ ਤਖਤ ਬਣਾਉਂਦੀ ਹੈ। ਅਕਾਲ ਤਖਤ ਜਵਾਨੀ ਹੈ, ਅਕਾਲ ਤਖਤ ਸਾਡੀ ਜਵਾਨੀ ਹੈ। 1595 ਚ ਜਨਮ ਹੋਇਆ। ਮੈਂ ਫਿਰ ਬਾਰੇ ਬੇਨਤੀ ਕਰਾਂ, ਪ੍ਰਕਾਸ਼ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ 1609 ਵਿੱਚ ਅਕਾਲ ਤਖਤ ਸਾਹਿਬ ਦੀ ਸਾਜਨਾ ਹੈ। ਤੇ ਇਹ ਹੈ ਸਾਡੀ ਜਵਾਨੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀ ਗੱਲ ਸਪਸ਼ਟ ਕੀਤੀ। ਗੁਰੂ ਹਰਿਰਾਏ ਸਾਹਿਬ ਜੀ 1630 ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਤੇ ਹੈਰਾਨੀ ਦੀ ਗੱਲ ਹੈ, 1644 ਵਿੱਚ 14 ਸਾਲ ਦੀ ਉਮਰ ਹੈ ਜਦੋਂ ਗੁਰਗੱਦੀ ਦੇ ਤਖਤ ਤੇ ਬਿਰਾਜਮਾਨ ਹੁੰਦੇ ਆ। 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਦੀ ਉਮਰ ਖੈਰ ਬਚਪਨ ਦੀ ਹੈ, ਉਹ ਤਾਂ 8 ਸਾਲ ਦੇ ਨੇੜੇ, 8 ਸਾਲ ਦੇ ਨੇੜੇ ਉਹ ਜੋਤੀ ਜੋਤ ਸਮਾ ਜਾਂਦੇ ਆ। 5.5 ਸਾਲ ਦੀ ਉਮਰ ਚ ਗੁਰਗੱਦੀ ਤੇ ਬੈਠੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਜਵਾਨੀ ਦੇਖੋ, ਕੈਸੀ ਕਮਾਲ ਦੀ ਜਵਾਨੀ ਹੈ। ਇਹ 13 ਸਾਲ ਦੀ ਉਮਰ ਹੈ ਜਦੋਂ ਕਰਤਾਰਪੁਰ ਦੇ ਜੰਗ ਚ ਲੜੇ। ਤੇ ਸਾਡੀ ਜਵਾਨੀ ਆ ਹੈ, ਨਸ਼ਿਆਂ ਚ ਨਹੀਂ, ਸਾਡੀ ਜਵਾਨੀ ਵਿਕਾਰਾਂ ਚ ਨਹੀਂ ਰੁਲਣ ਵਾਲੀ। ਸਾਡੀ ਜਵਾਨੀ ਇਹ ਹੈ ਜਿਹੜੀ 13 ਸਾਲ ਦੀ ਉਮਰ ਚ ਆਪਣਾ ਨਾਂ ਬਦਲਾ ਦਿੰਦੀ ਹੈ। ਉਹ ਕਹਿੰਦੀ ਹੈ, ਤਿਆਗ ਮੱਲ ਨਹੀਂ, ਤੂੰ ਤੇਗ ਬਹਾਦਰ ਹੈ। ਇਹ 13 ਸਾਲ ਦੀ ਉਮਰ ਚ ਇਹੋ ਜਿਹੇ ਕਾਰਨਾਮੇ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਉਹਦੀ ਜਵਾਨੀ ਦੇਖੋ। ਹੈਰਾਨੀ ਦੀ ਗੱਲ ਇਹ ਹੈ ਵੀ ਲੋਕ ਜਵਾਨੀ ਵਿੱਚ ਉਲਾਮੇ ਦਿੰਦੇ ਨੇ,
ਸਾਡਾ ਬੱਚਾ ਸਾਡਾ ਆਖਾ ਨਹੀਂ ਮੰਨਦਾ। ਪਰ ਗੁਰੂ ਗੋਬਿੰਦ ਸਿੰਘ ਜੀ 20 ਸਾਲ ਦੀ ਉਮਰ ਹੈ, 1666 ਵਿੱਚ ਪ੍ਰਕਾਸ਼ ਹੈ ਤੇ 1686 ਵਿੱਚ ਭੰਗਾਣੀ ਦੇ ਯੁੱਧ ਵੇਲੇ ਉਹਨਾਂ ਨੇ ਉਸ ਵੇਲੇ ਦੋ ਰਾਜਿਆਂ ਦਾ ਫੈਸਲਾ ਕਰਵਾਇਆ, ਰਾਜਾ ਮੇਦਰੀ ਪ੍ਰਕਾਸ਼ ਦਾ, ਰਾਜਾ ਫਤਿਹ ਚੰਦ ਦਾ। ਉਸ ਵੇਲੇ ਰਾਜਿਆਂ ਦੇ ਫੈਸਲੇ ਕਰਵਾ ਰਹੇ। ਲੋਕ ਘਰਾਂ 'ਚ ਬੰਦਿਆਂ ਨੂੰ ਸੱਦਦੇ ਵੀ ਮੇਰੇ ਬੱਚੇ ਨੂੰ ਸਮਝਾਓ। 20 ਸਾਲ ਦਾ ਗੁਰੂ ਜਿਹਦੇ ਮੂੰਹ ਤੇ ਭਰਦਾੜੀ ਵੀ ਨਹੀਂ ਆਈ, ਉਹ ਰਾਜਿਆਂ ਨੂੰ ਸਮਝਾਉਣ ਚੱਲੇ ਆ ਵੀ ਕਿਉਂ ਲੜਦੇ ਹੋ, ਕੀ ਗੱਲਬਾਤ। ਸਾਡੀ ਜਵਾਨੀ ਤਾਂ ਆ ਸੀ, ਸਾਡੀ ਜਵਾਨੀ ਪੁੱਛਣੀ ਹੈ ਤਾਂ ਪੁੱਛਿਓ ਭਾਈ ਬਚਿੱਤਰ ਸਿੰਘ ਨੂੰ, ਕਦੇ ਸਰਸਾ ਦੇ ਕਿਨਾਰੇ ਨੂੰ। ਸਾਡੀ ਜਵਾਨੀ ਦੇ ਵਿਰਸੇ ਦਾ ਕਿਤੇ ਜਾਣੂ ਹੋਣਾ ਹੁੰਦਾ ਤਾਂ ਪੁੱਛਿਓ ਚਮਕੌਰ ਦੀ ਗੜੀ ਨੂੰ। ਲੋਕ ਕੰਡਾ ਵੱਜੇ ਤੋਂ ਤਰਫ ਉੱਠਦੇ ਨੇ, ਉੱਥੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਾਂ ਦੇ ਤੀਰ ਵੱਜੇ ਦੇਖ ਕੇ ਵੀ ਜੈਕਾਰੇ ਛੱਡੇ ਸੀ। ਇਹ ਸਾਡੀ ਜਵਾਨੀ ਹੈ। ਜਵਾਨੀ ਪੁੱਛਣੀ ਤੇ ਪੁੱਛਿਓ ਬਾਬਾ ਬੰਦਾ ਸਿੰਘ ਬਹਾਦਰ ਨੂੰ। ਜਵਾਨੀ ਪੁੱਛਣੀ ਤੇ ਪੁੱਛਿਓ ਉਹਨੂੰ ਦਿੱਲੀ ਦੇ ਚਾਂਦਨੀ ਚੌਕ ਨੂੰ, ਜਿੱਥੇ ਇੱਕ ਨੌਜਵਾਨ ਆਪਣੀ ਮਾਂ ਨੂੰ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ। ਜਵਾਨੀ ਪੁੱਛਣੀ ਹੈ ਤੇ ਪੁੱਛਿਓ ਭਾਈ ਤਾਰੂ ਸਿੰਘ ਨੂੰ। ਸਿਰਫ 25 ਸਾਲ ਦੀ ਉਮਰ ਹੈ, 1720 ਦੇ ਵਿੱਚ ਜਨਮ ਹੈ, 1745 ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਰਹੇ। ਜਵਾਨੀ ਪੁੱਛਣੀ ਤੇ ਪੁੱਛਿਓ ਉਸ ਸੁਬੇਗ ਸਿੰਘ ਦੇ ਪੁੱਤਰ ਸ਼ਾਹਬਾਜ ਸਿੰਘ ਨੂੰ। ਜਵਾਨੀ ਪੁੱਛਣੀ ਤੇ ਪੁੱਛਿਓ ਹਕੀਕਤ ਸਿੰਘ ਨੂੰ, ਜਿਹੜਾ ਭਰ ਜਵਾਨੀ ਵਿੱਚ ਦੂਜਿਆਂ ਦੀ ਮਦਦ ਕਰਦਾ ਹੋਇਆ ਸ਼ਹਾਦਤ ਦਾ ਜਾਮ ਪੀਂਦਾ। ਕਿੰਨੀਆਂ ਕੁ ਤੁਹਾਡੇ ਨਾਲ ਸਾਂਝੀਆਂ ਉਦਾਹਰਨਾਂ ਕਰਾਂ। ਸਾਡਾ ਵਿਰਸਾ ਉਹ ਸੀ ਜਿਹੜਾ ਭਰ ਜਵਾਨੀ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਦੇ ਡੋਲੇ ਜਿਹੜੇ ਆ ਉਹ ਲੁੱਟੇ ਹੋਏ ਵਾਪਸ ਲੈ ਕੇ ਆਉਂਦਾ। ਆਪਣੇ ਆਪ ਨੂੰ ਤਾਂ ਕੀ ਦਾਗ ਲੱਗਣਾ, ਉਹ ਲੋਕਾਂ ਦੇ ਵੀ ਦਾਗ ਨਹੀਂ ਸੀ ਲੱਗਣ ਦਿੰਦਾ। ਤਾਂ ਮੈਂ ਬੇਨਤੀ ਕਰਾਂ ਵੀ ਸਾਡੀ ਜਵਾਨੀ ਵਿਰਸੇ ਦੀ ਵਾਰਸ ਤਾਂ ਬਣ ਸਕਦੀ ਹੈ, ਸਭ ਤੋਂ ਪਹਿਲੀ ਡਿਊਟੀ ਹੈ ਮਾਂ ਬਾਪ ਦੀ। ਇਹ ਤੇ ਆਪਾਂ ਸਾਰੇ ਸਮਝਦੇ ਹਾਂ ਵੀ ਬੱਚਾ ਦੁਨੀਆ ਵਿੱਚ ਆਉਂਦਾ ਹੈ ਤੇ ਉਹ ਕੋਰੀ ਸਲੇਟ ਆਉਂਦਾ ਹੈ, ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ, ਨਾ ਗੁਣ ਹੁੰਦਾ ਨਾ ਔਗਣ ਹੁੰਦਾ। ਉਹ ਸਾਰਾ ਕੁਝ ਇੱਥੋਂ ਸਿੱਖ ਕੇ ਪ੍ਰਾਪਤ ਕਰਦਾ। ਤੇ ਜੇ ਸਾਡੇ ਮਾਂ ਬਾਪ ਦੀ ਜ਼ਿੰਦਗੀ ਇੱਕ ਸਹੀ ਮਾਂ ਬਾਪ ਵਾਲੀ ਹੋਵੇ ਤਾਂ ਬੱਚਾ ਜਿਹੜਾ ਹੈ ਉਹ ਆਪਣੇ ਮਾਂ ਬਾਪ ਨੂੰ ਦੇਖ ਕੇ ਤੇ ਇੱਕ ਦਿਨ ਵਕਤ ਆਏਗਾ ਉਹ ਜ਼ਰੂਰ ਆਪਣੇ ਮਾਤ ਪਿਤਾ ਵਰਗੀ ਆਪਣੇ ਜੀਵਨ ਵਿੱਚ ਭਾਵਨਾ ਜ਼ਰੂਰ ਬਣਾਏਗਾ। ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ, ਗੁਰਬਾਣੀ ਵਿੱਚ ਮਾਵਾਂ ਦਾ ਵੀ ਜ਼ਿਕਰ ਹੈ ਵੀ ਮਾਂ ਕਿਹੋ ਜਿਹੀ ਹੋਣੀ ਚਾਹੀਦੀ ਹੈ। ਮਾਂ ਇਹੋ ਜਿਹੀ ਹੋਣੀ ਚਾਹੀਦੀ ਹੈ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਨ ਧਨ ਜਨੇਂਦੀ ਮਾਂ ਆਏ ਸਫਲ ਸੇ। ਮਾਂ ਉਹੀ ਜਿਹੀ ਨਹੀਂ ਹੋਣੀ ਚਾਹੀਦੀ ਜਿਹੜੇ माए मुंडो के ते गुरु की जानते भरम ना जाए, माए मुंडो ते गुरु की जानते भरम ना जाए। उस मां दे कोलों भी की प्राप्त होना है ਜਿਹੜੀ ਮਾਂ ਨੇ ਆਪਣੇ ਹੀ ਸ਼ਿੰਗਾਰ ਦਾ ਖਿਆਲ ਤਾਂ ਕੀਤਾ ਪਰ ਕਿਰਦਾਰ ਦਾ ਖਿਆਲ ਨਾ ਕੀਤਾ। ਮਾਂ ਤੇਰੀ ਖੁਸ਼ਬੂ ਕਿਰਦਾਰ ਵਿੱਚੋਂ ਆਵੇ ਧੀਏ ਬੱਚੀਏ, ਤੇਰੀ ਖੁਸ਼ਬੂ ਸ਼ਿੰਗਾਰ ਵਿੱਚੋਂ ਨਾ ਆਵੇ। ਸ਼ਿੰਗਾਰ ਵੀ ਕਰ ਮੁਬਾਰਕ ਪਰ ਨਾਲ ਤੇਰੇ ਕੋਲ ਇੱਕ ਮਾਂ ਦਾ ਕਿਰਦਾਰ ਵੀ ਹੋਵੇ, ਜਿਹਦੇ ਵਿੱਚੋਂ ਇੱਕ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਬੈਠ ਕੇ ਮਹਿਸੂਸ ਕਰੇ ਵੀ ਮੈਂ ਮਾਂ ਦੀ ਗੋਦ ਵਿੱਚ ਨਹੀਂ, ਮੈਂ ਸਵਰਗ ਦੀ ਗੋਦ ਵਿੱਚ ਬੈਠਾ ਹੋਇਆ। ਤੇ ਉਹੋ ਜਿਹਾ ਜੀਵਨ ਹੋਣਾ ਚਾਹੀਦਾ ਸੀ ਇੱਕ ਮਾਂ ਦਾ। ਬੜੀਆਂ ਐਸੀਆਂ ਮਾਵਾਂ ਦੇ ਜ਼ਿਕਰ ਨੇ। ਸ਼ੇਖ ਫਰੀਦ ਦੀ ਮਾਂ ਹੈ, ਇਹ ਗੁਰੂ ਗੋਬਿੰਦ ਸਿੰਘ ਦੀ ਮਾਂ ਹੈ, ਜਿਹਨੇ ਆਪਣੇ ਪਤੀ ਨੂੰ ਤੋੜ ਕੇ ਆਪਣੇ ਪੁੱਤ ਨੂੰ ਇਸ ਢੰਗ ਨਾਲ ਪਾਲਿਆ। ਉਹ ਸੂਰਬੀਰਾਂ ਦਾ ਸੂਰਬੀਰ ਹੈ। ਕਿਹੜਾ ਗੁਣ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚ ਨਹੀਂ ਹੈ। ਪਿਆਰ ਵਾਲਿਓ, ਮਾਂ ਹੋਵੇ ਤੇ ਇਹੋ ਜਿਹੀ ਹੋਵੇ। ਵਿੱਚੋਂ ਪੜ੍ਹਨੇ ਹੈ ਸਤਿਕਾਰਯੋਗ ਮਾਤਾ ਖੀਵੀ ਜੀ, ਉਹਨਾਂ ਨੇ ਇੰਨੀ ਕੁ ਸਿੱਖਿਆ ਦਿੱਤੀ ਆਪਣੀ ਧੀ ਬੀਬੀ ਅਮਰੋ ਨੂੰ। ਉਹਨੇ ਜਾ ਕੇ ਇੱਕ ਗੁਰੂ ਘਰ ਵਿੱਚੋਂ ਗੁਰੂ ਘਰ ਪੈਦਾ ਕਰ ਦਿੱਤਾ। ਅਮਰੂ ਨਿਥਾਵੇ ਨੂੰ ਗੁਰੂ ਅਮਰਦਾਸ ਬਣਾ ਦਿੱਤਾ। ਮਾਂ ਕਿੱਡੇ ਕਿੱਡੇ ਵਧੀਆ ਪਿਤਾ ਨੇ ਰੋਲ ਅਦਾ ਕੀਤੇ। ਉਹੋ ਜਿਹਾ ਪਿਤਾ ਹੋਵੇ ਜਿਹੜਾ ਸਾਨੂੰ ਸਿਖਾਵੇ ਜੀਵਨ ਕਿਵੇਂ ਦਾ ਜਿਉਣਾ ਹੈ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਆਪਣੇ ਕੋਲ ਸਮਾਂ ਸੰਖੇਪ ਹੈ, ਪਹਿਲੀ ਬੇਨਤੀ ਇਹ ਕਰਾਂ ਕਿ ਸਾਨੂੰ ਮਾਂ ਬਾਪ ਦਾ ਜੀਵਨ ਜਿਹੜਾ ਉਹ ਇੱਕ ਕਿਰਦਾਰੀ ਜੀਵਨ ਹੋਣਾ ਚਾਹੀਦਾ। ਉਹਨਾਂ ਦੇ ਸਾਹਮਣੇ ਬਾਪ ਸ਼ਰਾਬ ਦੀ ਬੋਤਲ ਖੋਲ ਕੇ ਬੈਠਦਾ ਤੇ ਉਹ ਕਿਵੇਂ ਜੀਵਨ ਵਿੱਚ ਪਾਰ ਹੋਏਗਾ। ਮੈਂ ਇੱਕ ਨਿੱਕੀ ਜੀ ਬਾਪ ਦੀ ਉਦਾਹਰਨ ਦੇ ਕੇ ਆਪਣੀ ਗੱਲ ਵੱਲ ਆ ਜਾਣਾ। ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਤਾਬ ਲਿਖੀ ਜਿਹਨਾਂ ਦਸੰਦੜੀਆਂ ਦੁਰਮਤ ਬੰਜਾ, ਬੜੀ ਪੜ੍ਹਨ ਵਾਲੀ ਕਿਤਾਬ ਹੈ। ਉਹ ਚ ਇੱਕ ਜ਼ਿਕਰ ਕਰਦੇ ਆ, ਕਹਿੰਦੇ ਮੈਂ ਇੱਕ ਵਾਰੀ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਗਿਆ ਤੇ ਜਾਂਦਿਆਂ ਹੋਇਆਂ ਇੱਕ ਬੱਚੀ ਸਾਡੇ ਨਾਲ ਚਲੀ ਗਈ ਜਥੇ ਤੇ।
ਰਾਹ ਵਿੱਚ ਪਹਾੜੀ ਰਸਤਾ ਸੀ ਤੇ ਉਤਰਦਿਆਂ ਚੜ੍ਹਦਿਆਂ ਉਸ ਬੱਚੀ ਦਾ ਪੈਰ ਸਲਿੱਪ ਕਰ ਗਿਆ ਤੇ ਉਹਦੇ ਪੈਰ ਦਾ ਅੰਗੂਠਾ ਦਾ ਨਹੁੰ ਜਿਹੜਾ ਉਹ ਉਤਰ ਗਿਆ ਤੇ ਬੱਚੀ ਉਹ ਥੋੜੀ ਤੰਗ ਹੋਈ, ਉਹ ਸੀ ਵੀ ਕੱਲੀ ਤੇ ਉਹ ਡਾਕਟਰ ਜਸਵੰਤ ਸਿੰਘ ਡਾਕਟਰੀ ਕਰਦੇ ਨੇ, ਉਹਨਾਂ ਨੇ ਉਸ ਵੇਲੇ ਉਸ ਬੱਚੀ ਦੇ ਉਸ ਅੰਗੂਠੇ ਉੱਤੇ ਪੱਟੀ ਬੰਨ੍ਹੀ ਤਰ੍ਹਾਂ ਪਕੜ ਲਓ, ਘੁੱਟ ਕੇ ਪਕੜ ਲਓ। ਬੱਚੀ ਨੂੰ ਵੀ ਕਿਹਾ ਬੇਟੇ ਮੇਰੇ ਕੋਲ ਸੁਣਨ ਕਰਨ ਵਾਲੀ ਕੋਈ ਚੀਜ਼ ਹੈ ਨਹੀਂ ਤੇ ਤੇਰਾ ਨਹੁੰ ਪਹਿਲਾਂ ਉੱਪਰੋਂ ਕੱਟਣਾ ਪੈਣਾ ਤੇ ਫਿਰ ਮੈਂ ਪੱਟੀ ਕਰਾਂਗਾ। ਤੁਸੀਂ ਸੋਚੋ ਇੱਕ 12-13 ਸਾਲ ਦੀ ਬੱਚੀ, ਉਹਦਾ ਨਹੁੰ ਉਤਰ ਗਿਆ, ਸਾਰੇ ਅੰਗੂਠੇ ਤਾਂ ਨਹੁੰ ਕੱਟਣਾ ਪੈਣਾ, ਉੱਪਰ ਅੰਗੂਠਾ ਨੰਗਾ ਤੇ ਫਿਰ ਪੱਟੀ ਕਰਨੀ ਹੈ। ਉਹ ਕਹਿੰਦੀ ਨਹੀਂ ਪਕੜਨ ਦੀ ਲੋੜ ਨਹੀਂ, ਮੈਨੂੰ ਪਕੜਨ ਦੀ ਲੋੜ ਨਹੀਂ। ਉਹ ਕਹਿਣ ਲੱਗੇ ਬੇਟੇ ਦਰਦ ਹੋਏਗਾ, ਕਹਿੰਦੀ ਨਹੀਂ ਹੁੰਦਾ। ਉਹਨੇ ਜਦੋਂ ਨਹੁੰ ਕੱਟਿਆ ਤੇ ਨਹੁੰ ਕੱਟ ਕੇ ਪੱਟੀ ਕੀਤੀ ਤੇ ਉਹਨੇ ਗੋਦੀ 'ਚ ਲੈ ਕੇ ਕਿਹਾ ਬੇਟੇ ਤੂੰ ਕਿੱਡੀ ਦਲੇਰ ਹੈ, ਤੂੰ ਕਿੱਡੀ ਚੰਗੀ ਹੈ, ਹਨਾ, ਤੇਰਾ ਬਾਪ ਧੰਨ ਹੈ। ਤੇ ਇੰਨੀ ਗੱਲ ਕਹਿਣ ਦੀ ਦੇਰ ਸੀ ਬੇਟੀ ਬਹੁਤ ਰੋਈ। ਡਾਕਟਰ ਸਾਹਿਬ ਹੈਰਾਨ ਹੋਏ, ਕਹਿੰਦੇ ਹੈਰਾਨੀ ਦੀ ਗੱਲ ਹੈ ਜਦੋਂ ਦਰਦ ਹੋਣਾ ਸੀ ਉਦੋਂ ਤੂੰ ਰੋਈ ਨਹੀਂ ਤੇ ਹੁਣ ਕਿਉਂ ਰੋਣੀ ਹੈ। ਉਹ ਕਹਿਣ ਲੱਗੀ ਅੰਕਲ ਜੀ ਮੈਂ ਤਾਂ ਕਹਿੰਦੀ ਮੇਰੇ ਬਾਪ ਵਰਗਾ ਬਾਪ ਤਾਂ ਦੁਨੀਆ 'ਚ ਕਿਸੇ ਦਾ ਨਾ ਹੋਵੇ। ਕਹਿੰਦੇ ਕੀ ਗੱਲ ਹੋਈ ਬੱਚੀਏ। ਕਹਿੰਦੇ ਮੇਰੀ ਮਾਂ ਚੜਾਈ ਕਰ ਗਈ ਸੀ, ਮੈਂ ਲੋਕਾਂ ਦੇ ਘਰ ਭਾਂਡੇ ਮਾਂਜਦੀ ਹਾਂ, ਮੇਰਾ ਬਾਪ ਸ਼ਰਾਬ ਪੀਂਦਾ ਤੇ ਮੈਨੂੰ ਕੁੱਟਦਾ ਮਾਰਦਾ, ਮੈਂ ਤੁਹਾਡੇ ਨਾਲ ਆਈ ਹਾਂ, ਸੁਣਿਆ ਵੀ ਗੁਰੂ ਦੇ ਘਰ ਤੋਂ ਦਾਤ ਮਿਲਦੀ ਹੈ। ਡਾਕਟਰ ਸਾਹਿਬ ਉਹ ਬੱਚੀ ਚੁੱਪ ਕਰ ਗਈ, ਡਾਕਟਰ ਦੀ ਅੱਖਾਂ 'ਚ ਪਾਣੀ ਆ ਗਿਆ। ਡਾਕਟਰ ਜਸਵੰਤ ਸਿੰਘ ਨੇਕੀ ਦੇ ਉਹਨੇ ਆਖਿਆ ਪੁੱਤ ਤੂੰ ਬਾਪ ਬਦਲਾ ਲੈ। ਕਹਿਣ ਲੱਗੇ ਅੰਕਲ ਜੀ ਬਾਪ ਵੀ ਕਦੇ ਬਦਲਾਏ ਜਾਂਦੇ। ਕਹਿੰਦੇ ਪੁੱਤ ਗੁਰੂ ਘਰ ਤੇ ਬਾਪ ਵੀ ਬਦਲਾਏ ਜਾਂਦੇ। ਕਹਿੰਦੇ ਉਹ ਕਿਵੇਂ। ਕਹਿੰਦੇ ਅੱਜ ਤੂੰ ਗੁਰੂ ਗੋਬਿੰਦ ਸਿੰਘ ਨੂੰ ਬਾਪ ਬਣਾ ਲੈ। ਉਹ ਗੁਰੂ ਗੋਬਿੰਦ ਸਿੰਘ ਨੂੰ ਬਾਪ ਬਣਾ ਕੇ ਚਲੇ ਗਈ ਤੇ ਜਦ ਘਰੇ ਗਈ ਤੇ ਬਾਪ ਨੇ ਚੁੱਕੀ ਛੋਟੀ ਚੁੱਕ ਕੇ ਉਹਨੂੰ ਕੁੱਟਣ ਲੱਗਿਆ, ਤੂੰ ਕਿੱਥੇ ਗਈ ਸੀ, ਤੂੰ ਕਿਹਨਾਂ ਨਾਲ ਗਈ ਸੀ, ਕਿਹੜੇ ਜਥੇ ਨਾਲ ਗਈ ਸੀ। ਉਸ ਬੱਚੀ ਨੇ ਛੋਟੀ ਦੀ ਪਰਵਾਹ ਨਾ ਕੀਤੀ, ਟੇਬਲ ਤੇ ਪਈ ਬੋਤਲ ਚੁੱਕ ਲਈ। ਬਾਪ ਹੈਰਾਨ ਹੋਇਆ, ਕਹਿਣ ਲੱਗਿਆ ਤੇਰੀ ਏਡੀ ਜੁਰਤ। ਕਹਿਣ ਲੱਗੀ ਮੇਰੀ ਨਹੀਂ ਜੁਰਤ, ਮੇਰੇ ਬਾਪ ਦੀ ਜੁਰਤ ਹੈ। ਹੁਣ ਤੂੰ ਸੋਟੀ ਨਾ ਮਾਰੀ, ਮੇਰਾ ਬਾਪ ਬਹੁਤ ਬਲਵਾਨ ਹੈ, ਕਿਤੇ ਕੱਲ ਤੇਰੇ ਸੋਟੀ ਨਾ ਮਾਰੇ, ਮੇਰੇ ਕੋਲ ਜਰਿਆ ਨਹੀਂ ਜਾਣਾ। ਉਸ ਰਾਤ ਸ਼ਰਾਬ ਨਾ ਪੀਤੀ, ਨਾ ਮਿਲੀ ਸ਼ਰਾਬ। ਰਾਤ ਨੂੰ ਪਿਆ ਬੇਚੈਨੀ ਚ ਨੀਂਦ ਨਹੀਂ ਆਉਂਦੀ, ਪਰ ਉਹ ਬੱਚੀ ਪਈ ਹੈ ਸੁੱਖ ਦੀ ਨੀਂਦ। ਅੱਜ ਸੁੱਤੀ ਇਉਂ ਲੱਗਿਆ ਜਿਵੇਂ ਗੁਰੂ ਦੀ ਗੋਦ ਵਿੱਚ ਸੁੱਤੀ ਹੋਵੇ। ਅੱਧੀ ਰਾਤ ਨੂੰ ਬਾਪ ਉੱਠ ਕੇ ਚਲਾ ਗਿਆ, ਉਹਦੇ ਪੈਰੀ ਹੱਥ ਲਾਉਣ ਲੱਗਾ। ਬੱਚੀ ਡਰ ਕੇ ਉੱਠ ਗਈ। ਨਸ਼ੇੜੀਆਂ ਦਾ ਪਤਾ ਨਹੀਂ ਹੁੰਦਾ, ਲੋਕ ਜੀਵਨਦਾਗੀ ਕਰ ਦਿੰਦੇ। ਉਹ ਉੱਠੀ, ਕਹਿੰਦੀ ਤੂੰ ਇੱਥੇ ਕੀ ਕਰਦਾ। ਕਹਿੰਦਾ ਧੀ ਅੱਜ ਮੈਂ ਤੇਰੇ ਪੈਰੀ ਹੱਥ ਲਾਉਣਾ, ਤੇਰਾ ਬਾਪ ਜਿੱਤ ਗਿਆ, ਮੈਂ ਹਾਰ ਗਿਆ। ਮੈਨੂੰ ਵੀ ਉਸ ਬਾਪ ਕੋਲ ਲੈ ਚੱਲ, ਮੈਂ ਉਸ ਬਾਪ ਦੇ ਕੋਲ ਲੈ ਕੇ ਜਾਣਾ ਚਾਹੁੰਦਾ। ਮੈਂ ਬੇਨਤੀ ਕਰਨੀ ਚਾਹੁੰਦਾ ਪਿਆਰ ਵਾਲਿਓ, ਜੇ ਸਾਡਾ ਜੀਵਨ ਵਧੀਆ ਹੋਏਗਾ ਤੇ ਮੈਨੂੰ ਪੂਰੀ ਆਸ ਹੈ ਮੇਰੇ ਬੱਚੇ ਦੇ ਉੱਤੇ ਜ਼ਰੂਰ ਅਸਰ ਹੋਏਗਾ। ਦੂਜੀ ਗੱਲ ਕਰਾਂ, ਦੂਜੀ ਅੱਜ ਬਹੁਤ ਜ਼ਰੂਰਤ ਹੈ, ਅਸੀਂ ਇਸ ਗੱਲ ਨੂੰ ਭੁੱਲਦੇ ਹੀ ਜਾ ਰਹੇ ਹਾਂ। ਪੜ੍ਹਾਈ ਜਿਹੜੀ ਹੈ ਨਾ ਉਹ 3 ਤਰੀਕਿਆਂ ਦੀ ਹੁੰਦੀ ਹੈ ਜੀਵਨ ਵਿੱਚ। ਨੰਬਰ 1 ਵਿਦਵਾਨ ਬਣਨਾ, ਨੰਬਰ 2 ਇਨਸਾਨ ਬਣਨਾ, ਨੰਬਰ 3 ਸ਼ੈਤਾਨ ਬਣਨਾ। ਅੱਜ ਬਦਕਿਸਮਤੀ ਹੈ, ਅੱਜ ਸਾਡੇ ਜੀਵਨ ਵਿੱਚ ਅਸੀਂ ਸਿਰਫ 2 ਚੀਜ਼ਾਂ ਲੈ ਕੇ ਬੈਠ ਗਏ ਹਾਂ। ਇੱਕ ਮੇਰਾ ਬੱਚਾ ਵਿਦਵਾਨ ਬਣ ਜਾਏ, ਭਾਵ ਡਾਕਟਰ ਬਣ ਜਾਏ, ਇੰਜੀਨੀਅਰ ਬਣ ਜਾਏ, ਕੁਛ ਵੀ ਬਣ ਜਾਏ, ਟੌਪਰ ਬਣ ਜਾਏ ਕੋਈ। ਦੂਜੀ ਗੱਲ ਹੈ ਸ਼ੈਤਾਨ ਬਣ ਜਾਏ, ਕਿਵੇਂ ਲੋਕਾਂ ਦੇ ਪੈਸੇ ਲੁੱਟਣੇ ਆ। ਜੇ ਕਿਤੇ ਗੁਰੂ ਨਾਨਕ ਦੀ ਪੜ੍ਹਾਈ ਨਾਲ ਹੋਈ ਨਾ ਤੇ ਫਿਰ ਬੱਚਾ ਇਨਸਾਨ ਬਣੇਗਾ, ਡਾਕਟਰ ਬਣੇਗਾ ਪਰ ਉਹ ਇਨਸਾਨ ਹੋਏਗਾ। ਉਹ ਕਿਸੇ ਦੀਆਂ ਕਿਡਨੀਆਂ ਨੂੰ ਦਾਗੀ ਨਹੀਂ ਕਰੇਗਾ। ਮੈਂ ਨਹੀਂ ਕਹਿੰਦਾ ਸਾਰੇ ਇੱਕੋ ਜਿਹੇ ਹੁੰਦੇ, ਬੜੇ ਚੰਗੇ ਨੇ ਸੰਸਾਰ ਵਿੱਚ ਬਹੁਤ ਲੋਕ, ਪਰ ਉਹ ਇਹ ਨਹੀਂ ਹੋਏਗਾ ਵੀ ਇਹ ਕਹਿ ਦੇਵੇ ਵੀ ਅੱਜ ਕਰੋਨਾ ਆਇਆ ਤੇ ਸੰਸਾਰ ਤੜਫ ਰਿਹਾ ਤੇ ਆਪਣੇ ਕਲੀਨਿਕ ਦਾ ਬੂਹਾ ਬੰਦ ਕਰਕੇ ਬੈਠ ਜਾਏਗਾ। ਨਹੀਂ, ਉਹ ਤੇ ਇਨਸਾਨੀਅਤ ਹੈ। ਉਹਨੂੰ ਪਤਾ ਮੇਰੇ ਗੁਰੂ ਨੇ ਹਰ ਵੇਲੇ, ਮੇਰੇ ਗੁਰੂ ਨੇ ਜਦੋਂ ਮਹਾਮਾਰੀ ਪੈਂਦੀ ਸੀ ਉਦੋਂ ਲੰਗਰ ਲਾਏ ਸੀ, ਉਦੋਂ ਦਵਾਖਾਨੇ ਖੋਲੇ ਸੀ ਤੇ ਮੈਂ ਉਸ ਗੁਰੂ ਦਾ ਸਿੱਖ ਹੈ। ਅੱਜ ਦੁਨੀਆ ਨੂੰ ਮੁਸੀਬਤ ਹੋਵੇ ਤੇ ਮੈਂ ਆਪਣੇ ਕਲੀਨਿਕ ਜਾਂ ਆਪਣੇ ਹਸਪੀਟਲ ਦਾ ਦਰਵਾਜ਼ਾ ਬੰਦ ਕਰ ਲਾਂ, ਨਹੀਂ ਹੋ ਸਕਦਾ। ਉਹ ਇਨਸਾਨ ਹੋਏਗਾ ਤੇ ਅੱਜ ਬਹੁਤ ਵੱਡੀ ਲੋੜ ਹੈ। ਜੇ ਇਨਸਾਨ ਬਣ ਗਏ ਤੇ ਯਾਦ ਰੱਖਿਓ ਸਾਨੂੰ ਫਿਰ ਇਨਸਾਫ ਮੰਗਣ ਦੀ ਲੋੜ ਨਹੀਂ ਹੋਏਗੀ। ਲੋਕੀ ਕਹਿਣਗੇ ਨੇ ਪੱਗ ਬੰਨੀ ਹੈ, ਲੋਕੀ ਕਹਿਣਗੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਇਨਸਾਫ ਹੀ ਦਿਵਾਏਗਾ। ਇਹ ਝੂਠ ਨਹੀਂ ਬੋਲੇਗਾ, ਨਾ ਝੂਠ ਕਰਨ ਦੇਗਾ। ਮੈਂ ਬੇਨਤੀ ਕਰਾਂ, ਦੂਜਾ ਰੋਲ ਸੀ ਸਾਡੀ ਜ਼ਿੰਦਗੀ 'ਚ ਪੜ੍ਹਾਈ ਦਾ, ਸਕੂਲਾਂ ਦਾ। ਅੱਜ ਬਦਕਿਸਮਤੀ ਹੈ, ਅੱਜ ਅਸੀਂ ਸਕੂਲਾਂ 'ਚੋਂ ਵੀ
ਉਸ ਸਕੂਲ ਵਿੱਚ ਪਾਉਣਾ ਚਾਹੁੰਦੇ ਆ, ਉਹ ਭਾਵੇਂ ਕਿਸੇ ਦਾ ਵੀ ਹੋਵੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਈਸਾਈ ਆਏ, ਉਹਨਾਂ ਆਖਿਆ ਸੀ ਸਕੂਲ ਖੋਲਣਾ, ਕਹਿਣ ਲੱਗੇ ਜਮ ਖੋਲੋ, ਜਿੰਨੇ ਮਰਜ਼ੀ ਖੋਲੋ, ਪਰ ਕਹਿਣ ਲੱਗੇ ਪੜ੍ਹਾਓਗੇ ਕੀ? ਕਹਿਣ ਲੱਗੇ ਅੰਗਰੇਜ਼ੀ, ਕਹਿਣ ਲੱਗੇ ਹੋਰ ਕੀ? ਕਹਿੰਦੇ ਬਾਈਬਲ, ਕਹਿੰਦੇ ਹੋਰ ਕੀ? ਕਹਿੰਦੇ ਹੋਰ ਸਾਡਾ ਆਪਣਾ ਵਿਰਸਾ, ਕਹਿੰਦੇ ਹੋਰ ਕੀ? ਕਹਿੰਦੇ ਤੁਸੀਂ ਵਾਰ-ਵਾਰ ਕਿਉਂ ਪੁੱਛਦੇ ਹੋ? ਕਹਿੰਦੇ ਮੈਂ ਤਾਂ ਪੁੱਛਦਾ, ਗੁਰਬਾਣੀ ਵੀ ਪੜ੍ਹਾਓਗੇ? ਉਹ ਕਹਿੰਦੇ ਨਹੀਂ। ਪੰਜਾਬੀ ਵੀ ਪੜ੍ਹਾਓਗੇ? ਕਹਿੰਦੇ ਨਹੀਂ। ਕਹਿੰਦੇ ਭੁੱਲ ਕੇ ਵੀ ਨਹੀਂ ਸਕੂਲ ਖੋਲ ਸਕਦੇ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵੀ ਸਕੂਲ ਨਹੀਂ ਸੀ ਖੋਲਣ ਦਿੱਤਾ ਈਸਾਈ ਧਰਮ ਦਾ। ਤੇ ਸਾਡੀ ਅੱਜ ਬਦਕਿਸਮਤੀ ਹੈ, ਅੱਜ ਸਾਡੇ ਕੋਨੇ-ਕੋਨੇ 'ਚ ਉਹ ਸਕੂਲ ਖੁੱਲ ਗਏ। ਮੈਂ ਨਹੀਂ ਕਹਿੰਦਾ ਈਸਾਈ ਧਰਮ ਦੇ ਸਕੂਲਾਂ 'ਚ ਨਾ ਪੜ੍ਹਾਓ, ਪੜ੍ਹਾਓ। ਉਹ ਗੁਰੂ ਕੇ ਸਿੱਖੋ, ਉਹਨਾਂ ਨੂੰ ਅੰਦਰ ਗੁਰੂ ਨਾਨਕ ਦਾ ਲੜ ਵੀ ਪਕੜਾ ਦਿਓ, ਤਾਂ ਕਿ ਤੁਹਾਡਾ ਬੱਚਾ ਇਨਸਾਨ ਵੀ ਬਣ ਜਾਏ। ਉਹ ਪੜ੍ਹੇ, ਕੱਲ ਮਾਪਿਆਂ ਨੂੰ ਧੋਖਾ ਦੇਣ ਵਾਲਾ ਨਾ ਹੋਵੇ। ਉਹ ਪੜ੍ਹੇ, ਕੱਲ ਮਾਪਿਆਂ ਨੂੰ ਬਿਰਧ ਆਸ਼ਰਮ ਛੱਡਣ ਜੋਗਾ ਨਾ ਹੋਵੇ। ਉਹ ਪੜ੍ਹੇ, ਕੱਲ ਮਾਪਿਆਂ ਦੀ ਡੰਗੋਰੀ ਬਣੇ। ਉਹ ਪੜ੍ਹੇ, ਕੱਲ ਆਪਣੇ ਵਿਰਸੇ ਤੋਂ ਜਾਣੂ ਹੋਵੇ, ਸ਼ੈਤਾਨ ਨਾ ਹੋਵੇ, ਚੰਗਾ ਇਨਸਾਨ ਹੋਵੇ। ਤੀਜਾ ਪੱਖ ਸੀ ਸਾਡੇ ਧਾਰਮਿਕ ਸ਼੍ਰੇਣੀ ਦਾ। ਅੱਜ ਬਦਕਿਸਮਤੀ ਹੈ, ਧਾਰਮਿਕ ਸ਼੍ਰੇਣੀ ਨੇ ਵੀ ਅੱਜ ਦੀ ਜਵਾਨੀ ਨੂੰ ਬਹੁਤ ਗੁੰਮਰਾਹ ਕੀਤਾ ਹੈ। ਜਦੋਂ ਮੈਂ ਬਾਰ-ਬਾਰ ਬੇਨਤੀ ਕਰਦਾ, ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ। ਅੱਜ ਜੇ ਪ੍ਰਚਾਰਕ ਦੀ ਕਹਾਣੀ ਦੇਖ ਲਈਏ ਤਾਂ ਸਾਡੇ ਆਪਸ ਵਿੱਚ ਹੀ ਵਿਤਕਰੇ ਨੇ। ਜੇ ਕਿਤੇ ਅਸੀਂ ਕਿਸੇ ਸਾਧ ਮਤ ਨੂੰ ਵੇਖ ਲਈਏ ਤਾਂ ਉਹਦੇ ਕੋਲ ਚੋਲਾ ਹੀ ਰਹਿ ਗਿਆ, ਰੋਲ ਘਚੋਲਾ ਹੀ ਰਹਿ ਗਿਆ, ਤੇ ਉਹ ਸੱਚ ਉਹਦੇ ਕੋਲ ਵੀ ਗਵਾਚ ਗਿਆ। ਜੇ ਲੀਡਰਾਂ ਵੱਲ ਵੇਖ ਲਈਏ ਤੇ ਉਹ ਸ਼ਰਾਬ ਦੀਆਂ ਬੋਤਲਾਂ ਦੇ ਕੇ, ਉਹ ਨਸ਼ੇ ਵੰਡ ਕੇ, ਉਹ ਧਾਰਮਿਕ ਪਦਵੀਆਂ ਤੇ ਸੁਸ਼ੋਭਿਤ ਹੁੰਦੇ ਨੇ। ਜੇ ਕਿਤੇ ਗੁਰੂ ਘਰਾਂ ਦਾ ਹਾਲ ਵੇਖ ਲਈਏ, ਉੱਥੇ ਉਨੀ ਗੁਰੂ ਦੀ ਚਰਚਾ ਨਹੀਂ ਜਿੰਨੀ ਗੋਲਕ ਦੀ ਚਰਚਾ ਹੋਣ ਲੱਗੀ ਹੋਈ ਹੈ। ਅੱਜ ਬਹੁਤ ਵੱਡੀ ਜ਼ਰੂਰਤ ਹੈ ਇਸ ਗੱਲ ਦੀ ਵੀ ਅਸੀਂ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਵਿਚਾਰੀਏ। ਧਾਰਮਿਕ ਦੁਨੀਆ ਵਿੱਚੋਂ ਉਹ ਕੁਝ ਖਤਮ ਹੁੰਦਾ ਜਾ ਰਿਹਾ। ਜੋ ਕੁਝ ਧਾਰਮਿਕ ਦੁਨੀਆ ਵਿੱਚੋਂ ਮਿਲਣਾ ਚਾਹੀਦਾ ਸੀ, ਉਹ ਲੜਾਈਆਂ ਝਗੜੇ ਤੇ ਇਸ ਤਰ੍ਹਾਂ ਦੀ ਈਰਖਾ ਤੇ ਇਹ ਸਾਰਾ ਕੁਝ ਸਾਡੇ ਕੋਲ ਆ ਰਿਹਾ ਹੈ। ਅੱਜ ਬਹੁਤ ਵੱਡੀ ਲੋੜ ਹੈ ਸਾਰੀ ਗੱਲ ਨੂੰ ਇੱਕ ਕਰਕੇ ਸਮਝਾਉਣ ਦੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਇਹ ਗੱਲ ਚੇਤਾ ਰੱਖਿਓ, ਉਦੋਂ ਸਾਰੇ ਪਾਸੇ ਕਹਿਰ ਵਰਤਿਆ ਹੋਇਆ ਸੀ। ਉਦੋਂ ਵੀ ਰਾਜਾ ਕਰਪਟ ਸੀ, ਉਦੋਂ ਵੀ ਪਰਜਾ ਗਿਆਨ ਵੀ ਹੋਣੀ ਸੀ, ਉਦੋਂ ਵੀ ਜਿਹੜੇ ਕਾਜੀ ਸੀ ਉਹ ਰਿਸ਼ਵਤੀ ਸੀ, ਉਦੋਂ ਵੀ ਬ੍ਰਾਹਮਣ ਜਿਹੜਾ ਉਹ ਜੀਆ ਘਾਹ ਕਰਦਾ ਸੀ, ਉਦੋਂ ਵੀ ਜਿਹੜਾ ਜੋਗੀ ਗਿਆਨ ਵੀ ਹੋਣਾ ਸੀ। ਤੇ ਅੱਜ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ। ਗੁਰੂ ਨਾਨਕ ਨੇ ਧਰਮ ਹੀ ਇਹੋ ਜਿਹਾ ਦਿੱਤਾ ਸਾਨੂੰ। ਜਦੋਂ ਵੀ ਦੁਨੀਆ ਦੇ ਹਾਲਾਤ ਹੋਣਗੇ ਤੇ ਤੁਸੀਂ ਗੁਰਬਾਣੀ ਦੇ ਵਿਰਸੇ ਵਿੱਚੋਂ ਉਹਨਾਂ ਨੂੰ ਇਹ ਸਾਰਾ ਕੁਝ ਸਿਖਾਉਣਾ। ਤਾਂ ਮੈਂ ਬੇਨਤੀ ਕਰਾਂ, ਅੱਜ ਬਹੁਤ ਵੱਡੀ ਲੋੜ ਹੈ। ਕਿਸੇ ਮਾਂ ਦੇ ਅੱਖਾਂ ਵਿੱਚੋਂ ਅਥਰੂ ਨਾ ਆਉਣ, ਉਹਦੇ ਬੱਚੇ ਕਿਤੇ ਨਸ਼ਿਆਂ ਵਿੱਚ ਨਾ ਡੁੱਬ ਜਾਣ, ਇਹ ਸਾਡਾ ਫਰਜ਼ ਬਣਦਾ। ਮੈਂ ਪ੍ਰਚਾਰਕ ਸ਼੍ਰੇਣੀ ਨੂੰ ਵੀ ਬੇਨਤੀ ਕਰਨਾ, ਆਓ ਲੱਕ ਬੰਨ ਕੇ ਜਵਾਨੀ ਨੂੰ ਸਾਂਭੀਏ। ਮੈਂ ਉਹਨਾਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਦਾ, ਗੁਰਦੁਆਰਿਆਂ ਵਿੱਚ ਜਿਮ ਬਣਾਈਏ, ਗੁਰਦੁਆਰਿਆਂ ਵਿੱਚ ਨੌਜਵਾਨ ਬੱਚਿਆਂ ਲਈ ਕੋਈ ਇਹੋ ਜਿਹਾ ਸਾਧਨ ਬਣਾਈਏ, ਗੁਰਦੁਆਰਿਆਂ ਵਿੱਚ ਇਹੋ ਜਿਹੇ ਸਾਧਨ ਬਣਾਈਏ। ਜੇ ਦੂਜੇ ਬਿਊਟੀ ਪਾਰਲਰ ਖੋਲਦੇ ਨੇ, ਆਪਾਂ ਵੀ ਬਿਊਟੀ ਪਾਰਲਰ ਖੋਲੀਏ। ਆਪਣੀਆਂ ਧੀਆਂ ਨੂੰ ਦੱਸੀਏ, ਕੇਸ ਕਟਵਾ ਕੇ ਨਹੀਂ, ਕੇਸ ਰੱਖ ਕੇ ਵੀ ਇਵੇਂ ਬਿਊਟੀ ਬਣਾਈ ਜਾ ਸਕਦੀ ਹੈ। ਆਪਣੇ ਧੀਆਂ ਪੁੱਤਰਾਂ ਨੂੰ ਦੱਸੀਏ, ਪੱਗ ਉਤਾਰ ਕੇ ਹੀ ਨਹੀਂ, ਪੱਗ ਬੰਨ ਕੇ ਵੀ ਬਿਊਟੀ ਬਣਾਈ ਜਾ ਸਕਦੀ ਹੈ। ਉਹਨਾਂ ਨੂੰ ਜੱਸਾ ਸਿੰਘ ਆਲੂਵਾਲੀਏ, ਉਹਨਾਂ ਨੂੰ ਜੱਸਾ ਸਿੰਘ ਰਾਮਗੜੀਏ ਦੇ ਇਤਿਹਾਸ ਸੁਣਾਈਏ, ਉਹ ਪੱਗਾਂ ਤੇ ਮਾਣ ਕਰਨ, ਉਹਨਾਂ ਨੂੰ ਪਤਾ ਹੋਵੇ ਜ਼ਿੰਦਗੀ ਕਿਵੇਂ ਸਵਾਰੀ ਜਾਂਦੀ ਹੈ। ਜੇ ਗੁਰੂ ਸਾਹਿਬ ਜੀ ਨੇ ਮੱਲਾ ਅਖਾੜਾ ਬਣਾਇਆ ਸੀ ਤਾਂ ਅੱਜ ਗੁਰਦੁਆਰਿਆਂ ਵਿੱਚ ਜਿਮ ਹੋਣੇ ਚਾਹੀਦੇ ਨੇ, ਜਿੱਥੇ ਸਾਡੀ ਜਵਾਨੀ ਗੁੰਮਰਾਹ ਹੋਣ ਦੀ ਬਜਾਏ ਉੱਥੇ ਆਪਣੇ ਆਪ ਨੂੰ ਸੰਭਾਲੇ। ਸਾਡੀ ਪੜ੍ਹਾਈ ਦਾ ਮਿਆਰ ਵਧੀਆ ਹੋਣਾ ਚਾਹੀਦਾ। ਦੇਖੋ, ਇੱਕ ਪ੍ਰਹਿਲਾਦ ਦੀ ਕਹਾਣੀ ਅਸੀਂ ਪੜ੍ਹਨੇ ਆ, ਗੁਰਬਾਣੀ ਵਿੱਚ ਹੈ। ਠੰਡਾ ਮਰਕਾ ਜਾ ਕੇ ਬੇਨਤੀ ਕਰਨੇ, ਸਾਰੇ ਜਾ ਕੇ ਬੇਨਤੀ ਕਰਨੇ। ਕੱਲਾ ਪ੍ਰਹਿਲਾਦ ਹੈ, ਛੋਟੀ ਉਮਰ ਹੈ, ਬਚਪਨ ਹੈ, ਕੱਲਾ ਪ੍ਰਹਿਲਾਦ ਹੈ ਜਿਹੜਾ ਆਪਣੇ ਬਾਪ ਦੀ ਬੇਇਨਸਾਫੀ ਦੇ ਵਿਰੁੱਧ ਡਟ ਗਿਆ। ਉਹ ਕਹਿਣ ਲੱਗਿਆ, ਨਹੀਂ ਭਲਿਆ, ਜੇ ਤੂੰ ਆਪਣੇ ਜੀਵਨ ਵਿੱਚ ਅਜੇ ਕੁਝ ਕਰਨਾ ਤਾਂ ਯਾਦ ਰੱਖ, ਮੈਂ ਤੇਰੇ ਵਿਰੁੱਧ ਵੀ ਡਟ ਜਾਵਾਂਗਾ। ਜੇ ਤੂੰ ਇਸ ਤਰ੍ਹਾਂ ਦਾ ਹਰਨਾਕਸ਼ੀ ਦੁਨੀਆ ਨੂੰ ਪੜਾਉਣਾ ਚਾਹੁੰਦਾ, ਮੈਂ ਨਹੀਂ ਇਹ ਚਾਹੁੰਦਾ, ਮੈਂ ਤੇ ਸੱਚ ਦੇ ਨਾਲ ਜੁੜਨਾ ਚਾਹੁੰਦਾ। ਇੱਕ ਕੱਲਾ ਪ੍ਰਹਿਲਾਦ ਹੀ ਡਟ ਗਿਆ। ਜੇ ਕਿਤੇ ਅੱਜ ਸਾਡਾ ਬੱਚਾ ਸਕੂਲ ਵਿੱਚੋਂ ਪੜ੍ਹੇ ਵੀ ਮੈਂ ਬੇਇਨਸਾਫੀ ਦੇ ਖਿਲਾਫ ਲੜਨਾ, ਤਾਂ ਮੈਨੂੰ ਆਸ ਹੈ ਬੇਇਨਸਾਫੀ ਦੇ ਖਿਲਾਫ ਲੜਨ ਵਾਲਾ ਆਪ ਖੁਦ ਬੇਇਨਸਾਫੀ ਨਹੀਂ ਕਰੇਗਾ।
ਤੋਂ ਅੱਜ ਬਹੁਤ ਵੱਡੀ ਜ਼ਰੂਰਤ ਹੈ ਜੀ, ਅੱਜ ਬਹੁਤ ਵੱਡੀ ਲੋੜ ਹੈ। ਅਸੀਂ ਆਪਣੇ ਬੱਚਿਆਂ ਨੂੰ ਕੋਈ ਉਲਾਮਾ ਦੇਣ ਦੀ ਬਜਾਏ, ਨੌਜਵਾਨਾਂ ਨੂੰ ਉਲਾਮਾ ਦੇਣ ਦੀ ਬਜਾਏ ਅੱਜ ਲੋੜ ਹੈ ਮਾਂ-ਬਾਪ ਆਪਣੇ ਫਰਜ਼ ਦੀ ਪਹਿਚਾਣ ਕਰਨ, ਸਕੂਲ ਆਪਣੇ ਫਰਜ਼ ਦੀ ਪਹਿਚਾਣ ਕਰਨ, ਧਾਰਮਿਕ ਸਥਾਨ ਆਪਣੇ ਫਰਜ਼ ਦੀ ਪਹਿਚਾਣ ਕਰਨ, ਧਾਰਮਿਕ ਸ਼੍ਰੇਣੀ ਆਪਣੇ ਫਰਜ਼ ਦੀ ਪਹਿਚਾਣ ਕਰੇ ਤੇ ਧਾਰਮਿਕ ਪਹਿਰਾਵੇ ਵਾਲੇ ਅੱਜ ਇਹ ਸੋਚਣ ਵੀ ਮੈਂ ਪਹਿਰਾਵੇ ਨੂੰ ਬਦਨਾਮ ਨਹੀਂ ਕਰਨਾ। ਮੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਬੋਲੇ, ਮੇਰੇ ਵਿੱਚੋਂ ਗੁਰੂ ਨਾਨਕ ਬੋਲੇ, ਇਹ ਮੇਰੀ ਜ਼ਿੰਮੇਵਾਰੀ ਹੈ। ਇਸ ਲਈ ਅੱਜ ਬਹੁਤ ਵੱਡੀ ਲੋੜ ਹੈ। ਇਸ ਗੱਲ ਬਾਰੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਵਾਲੇ ਪਾਸੇ ਨੂੰ ਆ ਜਾਣਾ ਹੈ। ਸਾਡੇ ਬਜ਼ੁਰਗਾਂ ਨੇ ਕਿੰਨਾ ਕੀਮਤੀ ਖਜ਼ਾਨਾ ਸਾਡੀ ਝੋਲੀ ਚ ਪਾਇਆ ਸੀ। ਅੱਜ ਆਪਣੇ ਮਨਾਂ ਚ ਝਾਤ ਮਾਰਿਓ, ਅਸੀਂ ਆਪਣੇ ਬੱਚਿਆਂ ਦੀ ਝੋਲੀ ਚ ਕੀ ਪਾ ਕੇ ਚੱਲੇ ਹਾਂ। ਅੱਜ ਬਹੁਤ ਵੱਡੀ ਜ਼ਰੂਰਤ ਹੈ, ਅਸੀਂ ਆਪਣੇ ਬੱਚਿਆਂ ਦੀ ਝੋਲੀ ਚ ਕੀ ਪਾ ਕੇ ਚੱਲੇ ਹਾਂ। ਜੇ ਅਸੀਂ ਵੀ ਉਹ ਵਿਰਸੇ ਦੇ ਵਾਰਸ ਬਣਾ ਜਾਾਂਗੇ ਤਾਂ ਕੱਲ ਸਾਡੇ ਘਰਾਂ ਚੋਂ ਵੀ ਫਿਰ ਉਸੇ ਤਰ੍ਹਾਂ ਗੁਰਬਾਣੀ ਦੀਆਂ, ਉਸੇ ਤਰ੍ਹਾਂ ਇਨਸਾਨੀਅਤ ਦੀਆਂ, ਉਸੇ ਤਰ੍ਹਾਂ ਰੱਬ ਦੇ ਪਿਆਰ ਦੀਆਂ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਬਸੋਆ ਦੀਆਂ ਆਵਾਜ਼ਾਂ ਆਉਣਗੀਆਂ। ਜੀ ਬਾਪੂ ਜੀ, ਇੱਕ ਸਿਰਫ ਤੁਹਾਡੇ ਨਾਲ ਵਿਚਾਰ ਜਿਹੜੀ ਮੇਰੇ ਮਨ ਤੇ ਚੱਲ ਰਹੀ ਸੀ ਉਹ ਇਹ ਸੀ ਵੀ ਅੱਜ ਦਾ ਜਿਹੜਾ ਕੁਝ ਪ੍ਰਚਾਰ ਦੀ ਜਿਹੜੀ ਸ਼੍ਰੇਣੀ ਹੈ, ਜਿਹੜਾ ਅੱਜ ਪ੍ਰਚਾਰ ਕੁਝ ਸਾਧ ਬਾਬੇ ਕਹਿ ਲਓ ਜਿਹੜੇ ਕਰ ਰਹੇ ਨੇ, ਉਹਦੇ ਨਾਲ ਕਿਤੇ ਨਾ ਕਿਤੇ ਸਾਡੇ ਨੌਜਵਾਨ ਗੁੰਮਰਾਹ ਹੋ ਰਹੇ ਨੇ। ਇਤਿਹਾਸ ਪੱਖੋਂ, ਗੁਰਬਾਣੀ ਪੱਖੋਂ ਕਿਤੇ ਨਾ ਕਿਤੇ ਗੁੰਮਰਾਹ ਹੋ ਰਹੇ ਨੇ। ਇਸ ਬਾਰੇ ਤੁਹਾਡੇ ਕੀ ਵਿਚਾਰ? ਬੜੀ ਵਧੀਆ ਗੱਲ ਕੀਤੀ। ਥੋੜਾ ਜਿਹਾ ਜਿਗਰਾ ਖੁੱਲਾ ਕਰਕੇ ਸਾਨੂੰ ਸਮਝਣਾ ਪਏਗਾ। ਨੰਬਰ 1, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਕਰਨੇ ਆ ਤਾਂ ਉਹਦੇ ਚ ਲਿਖਿਆ ਹੋਇਆ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪੁੱਤਰ ਜੀ, ਜਦੋਂ ਤੁਸੀਂ ਗੁਰਬਾਣੀ ਨਾਲ ਜੁੜੋਗੇ ਉਦੋਂ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ, ਆਉਣ ਵਾਲੇ ਸਮੇਂ ਚ ਵੀ ਸੱਚ ਹੋਏਗਾ, ਯੁੱਗਾਂ ਤੋਂ ਸੱਚ ਹੈ। ਤੁਹਾਨੂੰ ਸ਼ਰਮਿੰਦੇ ਨਹੀਂ ਹੋਣਾ ਪਏਗਾ। ਪਰ ਜਿਹੜੇ ਲੋਕ ਕਿਸੇ ਮਨੁੱਖੀ ਸੋਚ ਨਾਲ, ਭਾਵੇਂ ਉਹ ਸਾਧ ਦੀ ਹੈ ਭਾਵੇਂ ਉਹ ਕਿਸੇ ਦੀ ਹੈ, ਜਿਹੜੇ ਲੋਕ ਕਿਸੇ ਮਨੁੱਖੀ ਸੋਚ ਨਾਲ ਜੁੜ ਗਏ, ਭਾਵੇਂ ਪ੍ਰਚਾਰਕ ਵੀ ਹੈ, ਜਿਹੜੇ ਲੋਕ ਕੇਵਲ ਮਨੁੱਖੀ ਸੋਚ ਨਾਲ ਜੁੜ ਗਏ ਤਾਂ ਉਹ ਬੰਦੇ ਕੱਲ ਫਿਰ ਬਦਲਣਾ ਨਹੀਂ ਚਾਹੁੰਦੇ। ਸਮਾਂ ਬਦਲਦਾ, ਸਮੇਂ ਨਾਲ ਗੱਲਾਂ ਬਦਲਦੀਆਂ, ਫਿਰ ਉਹ ਬਦਲਣਾ ਨਹੀਂ ਚਾਹੁੰਦੇ। ਸਾਡੇ ਬਾਬਾ ਜੀ ਨੇ ਤਾਂ ਇਹ ਕਿਹਾ ਸੀ, ਜੇ ਅੱਜ ਉਹ ਗੱਲ ਹੈ ਤੇ ਉਹ ਬਾਬਾ ਜੀ ਦੀ ਗੱਲ ਝੂਠੀ ਹੋ ਰਹੀ ਹੈ। ਝਗੜਾ ਹੀ ਸਿਰਫ ਇਸ ਗੱਲ ਦਾ। ਇਹ ਨਹੀਂ ਵੀ ਜਿਹੜੇ ਅੱਜ ਲੋਕ ਹੈ ਉਹ ਸਮਝ ਨਹੀਂ ਰਹੇ, ਸਮਝ ਰਹੇ ਹੈ ਪਰ ਉਹ ਬਦਲ ਨਹੀਂ ਰਹੇ, ਕਿਉਂਕਿ ਜੇ ਬਦਲਦੇ ਉਹਨਾਂ ਦੇ ਬਾਬਿਆਂ ਦੀਆਂ ਗੱਲਾਂ ਝੂਠੀਆਂ ਹੋ ਰਹੀਆਂ, ਜਿਹੜੇ ਕਦੋਂ ਦੇ ਜਾ ਚੁੱਕੇ ਹੋਏ ਆ। ਜਿਹੜੀ ਗੁਰਬਾਣੀ ਹੈ ਉਹ ਸਾਨੂੰ ਨਿੱਤ ਦਿਹਾੜੇ ਬਦਲਾਉਂਦੀ ਹੈ। ਦੁਨੀਆ 'ਚ ਤਬਦੀਲੀ ਜਿਹੜੀ ਹੈ ਨਾ, ਉਹ ਵਿਕਾਸ ਦਾ ਨਾਂ ਹੈ, ਬਹੁਤ ਜ਼ਰੂਰੀ ਹੈ। ਇੱਕ ਬੀਜ ਬੀਜਿਆ, ਉਹਨੇ ਕੱਲ ਬਦਲਣਾ, ਉਹਨੇ ਦਰਖਤ ਬਣਨਾ, ਕੱਲ ਉਹਨੇ ਬਦਲਣਾ, ਉਹਨੂੰ ਪੱਤੇ ਆਉਣੇ, ਕੱਲ ਉਹਨੇ ਬਦਲਣਾ, ਉਹਨੂੰ ਫੁੱਲ ਆਉਣੇ, ਕੱਲ ਉਹਨੇ ਬਦਲਣਾ, ਉਹਨੂੰ ਫਲ ਲੱਗਣਾ। ਇਸੇ ਤਰ੍ਹਾਂ ਸਾਡਾ ਜੀਵਨ ਹੈ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਇੱਕ ਵਿਕਾਸ ਹੈ, ਜਿਹਦੇ ਨਾਲ ਸਾਡੀ ਵਿਚਾਰਾਂ ਦੇ ਵੀ ਬਚਪਨ ਤੋਂ ਜਵਾਨੀ ਦੇ ਵਿਚਾਰ ਆਉਣੇ ਆ, ਜਵਾਨੀ ਤੋਂ ਬਿਰਧ ਅਵਸਥਾ ਵਾਲੇ ਵਿਚਾਰ ਆਉਣੇ, ਭਾਵ ਸਿਆਣੇ ਦਾਨਿਆਂ ਵਾਲੇ ਵਿਚਾਰ ਆਉਣੇ ਆ। ਅਸੀਂ ਹੁਣ ਉਹ ਗੱਲਾਂ ਨੂੰ ਭੁੱਲ ਬੈਠੇ ਹੋਏ ਆ। ਅੱਜ ਬਹੁਤ ਵੱਡੀ ਲੋੜ ਹੈ, ਵਾਰ-ਵਾਰ ਗੁਰਬਾਣੀ ਨਾਲ ਜੁੜੋਗੇ, ਕਦੇ ਸ਼ਰਮਿੰਦੇ ਨਹੀਂ ਹੋਵੋਗੇ, ਕਿਉਂਕਿ ਉਹਦੇ ਚ ਸਦੀਵ ਸੱਚ ਕਾ, ਉਹਦੇ ਚ ਸਦੀਵ ਸੱਚ ਹੈ। ਜੇ ਅਸੀਂ ਅੱਜ ਵੀ ਵਿਚਾਰਾਂਗੇ ਉਹ ਅੱਜ ਵੀ ਸੱਚ ਹੈ। ਪਰ ਜਿਹੜੀ ਮਨੁੱਖੀ ਸੋਚ ਹੈ ਉਹ ਪਹਿਲਾਂ ਵੀ ਅਧੂਰੀ ਸੀ, ਅੱਜ ਵੀ ਅਧੂਰੀ ਹੈ, ਆਉਣ ਵਾਲੇ ਸਮੇਂ 'ਚ ਵੀ ਅਧੂਰੀ ਰਹੇਗੀ। ਮਨੁੱਖੀ ਸੋਚ ਕਦੇ ਪੂਰੀ ਨਹੀਂ ਹੋ ਸਕਦੀ। ਅਸੀਂ ਮਨੁੱਖ ਦੇ ਕੋਲੋਂ ਵਰਤ ਵਿਹਾਰ ਰੱਖ ਸਕਦੇ ਹਾਂ, ਪਰ ਜਿਹੜੀ ਅਸਲ ਸੋਚ ਹੈ ਉਹ ਗੁਰਬਾਣੀ ਜੀ ਲੈ ਕੇ ਸਾਨੂੰ ਚੱਲਣਾ ਚਾਹੀਦਾ। ਜੀ ਨਹੀਂ ਬਾਪੂ ਜੀ, ਅਖੀਰਲਾ ਤੁਹਾਨੂੰ ਮੈਂ ਜਿਹੜੀ ਸਵਾਲ ਅਖੀਰਲਾ ਤੁਹਾਡੇ ਨਾਲ ਕਰਨਾ ਚਾਹੁੰਦਾ ਵਾਂ ਕਿ ਕਿਸ ਤਰ੍ਹਾਂ ਅਸੀਂ ਨੌਜਵਾਨਾਂ ਨੂੰ ਜਿਹੜਾ ਉਹ ਇਸ ਵਿਰਸੇ ਨਾਲ ਜੋੜ ਸਕੀਏ। ਕੀ ਇਹੋ ਜਿਹਾ ਉਪਰਾਲਾ ਸਾਨੂੰ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਡੇ ਕੁਝ ਨੌਜਵਾਨ ਜਿਹੜੇ ਭਟਕ ਰਹੇ ਨੇ ਅੱਜ, ਉਹਨੂੰ ਕਿੱਦਾਂ ਅਸੀਂ ਆਪਣੇ ਵਿਰਸੇ ਨਾਲ ਜੋੜੀਏ? ਕੀ ਐਸਾ ਉਪਰਾਲਾ ਕਰੀਏ? ਮੈਂ ਇਹੀ ਕਰਾਂਗਾ, ਵਾਪਸ ਜਦੋਂ ਤੁਸੀਂ ਕੋਈ ਚੀਜ਼ ਆਪਣੇ ਘਰ ਵਿੱਚੋਂ ਨਹੀਂ ਦਿੰਦੇ ਤੇ ਬੱਚਾ ਦੂਜੇ ਦੇ ਘਰ ਵੱਲ ਤੱਕਦਾ ਹੀ ਨਾ। ਜੇ ਤੁਸੀਂ ਆਪਣੇ ਘਰ ਚੋਂ ਦਾਤ ਦਿਓਗੇ
ਤੇ ਦੂਜੇ ਦੇ ਘਰ ਉਹਨੂੰ ਜਾਣ ਦੀ ਲੋੜ ਨਹੀਂ ਪਏਗੀ। ਮੈਂ ਫਿਰ ਉਦਾਹਰਨ ਦੇਣ ਲੱਗਾ, ਜਦੋਂ ਕੋਈ ਈਸਾਈ ਧਰਮ ਵਾਲਾ ਤੁਹਾਡੇ ਬੂਹੇ ਤੇ ਆ ਕੇ ਗੱਲ ਕਹਿੰਦਾ ਵੀ ਹਜ਼ਰਤ ਈਸਾ ਮਸੀਹ ਜੀ ਸ਼ਹੀਦ ਹੋਏ ਨੇ ਤੇ ਉਹਨਾਂ ਦਾ ਏਡਾ ਵਧੀਆ ਜੀਵਨ ਹੈ, ਉਹਨੂੰ ਬਿਠਾਓ, ਕੱਪ ਚਾਹ ਦਾ ਪਿਲਾਓ, ਨਾਲੇ ਬੇਨਤੀ ਕਰੋ ਜੀ ਦੇਖੋ ਜੀ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਹਾਂ ਹਜ਼ਰਤ ਈਸਾ ਦਾ, ਪਰ ਮੇਰੀ ਬੇਨਤੀ ਇਹ ਹੈ ਕਿ ਤੁਹਾਡੇ ਕੋਲ ਤਾਂ ਇੱਕ ਸ਼ਹੀਦ ਹੈ, ਆ ਮੇਰੇ ਕੋਲ ਇੱਕ ਕਿਤਾਬ ਲੈ ਕੇ ਜਾਓ ਭਾਈ ਮਨੀ ਸਿੰਘ ਦੀ, ਇਹਦੇ ਕੱਲੇ ਦੇ ਪਰਿਵਾਰ ਵਿੱਚੋਂ 53 ਸ਼ਹੀਦ ਹੈ। ਹੁਣ ਮੈਂ 53 ਸ਼ਹੀਦਾਂ ਦੇ ਵਿਰਸੇ ਨੂੰ ਛੱਡ ਕੇ ਇੱਕ ਸ਼ਹੀਦ ਮਗਰ ਕਿਵੇਂ ਜਾਵਾਂ? ਮੈਂ ਬੇਨਤੀ ਕਰਾਂ, ਭਟਕਣਾ ਤਾਂ ਮੁੱਕਣੀ ਹੈ ਜਦੋਂ ਸਾਡੇ ਜੀਵਨ ਵਿੱਚੋਂ ਭਰਮ ਖਤਮ ਹੋ ਗਿਆ, ਸਾਨੂੰ ਅਸਲੀਅਤ ਦੀ ਸਮਝ ਲੱਗ ਗਈ। ਅੱਜ ਲੋੜ ਹੈ ਆਪਣੀਆਂ ਬੁੱਕਲਾਂ ਨੂੰ ਖੁੱਲੀਆਂ ਕਰੀਏ, ਜਾਤ ਬਰਾਦਰੀਆਂ ਦੇ ਨਾਂ ਤੇ ਜਿਹੜੇ ਲੋਕਾਂ ਨੂੰ ਅਸੀਂ ਵੰਡੀਆਂ ਪਾਈਆਂ ਹੋਈਆਂ, ਇਸ ਜਿਹੜਾ ਜਾਤੀਵਾਦ ਹੈ ਇਹਨੂੰ ਖਤਮ ਕਰੀਏ। ਅੱਜ ਨੌਜਵਾਨ ਦੀ ਗੱਲ ਛੱਡੀਏ, ਕਿੰਨੇ ਹੀ ਵਣਜਾਰੇ ਨੇ ਜਿਹੜੇ ਨਾਲ ਉਹ ਤੁਹਾਡੇ ਵੱਲ ਵੇਖ ਰਹੇ ਨੇ, ਤੁਹਾਡੇ ਵਿੱਚ ਆਉਣ ਲਈ ਸ਼ਾਮਲ ਨੇ। ਜਦੋਂ ਸਰਸਾ ਵਾਲੇ ਦਾ ਕਾਂਡ ਹੋਇਆ ਸੀ ਉਦੋਂ ਕਿੰਨੇ ਲੋਕ ਸਨ ਜਿਹੜੇ ਅਨਾਥ ਹੋ ਗਏ ਸਨ, ਤੇ ਉਤੋਂ ਅਸੀਂ ਬੁੱਕਲਾਂ ਖੋਲੀਆਂ ਹੁੰਦੀਆਂ ਤੇ ਉਹਨਾਂ ਨੂੰ ਅੱਜ ਆਪਣੇ ਵਿਹੜੇ 'ਚ ਲੈ ਆਉਂਦੇ। ਅਸੀਂ ਕਿੰਨੇ ਕੁ ਜਿਹੜੇ ਸਰਸੇ ਵਾਲੇ ਨੂੰ ਆਪਣੇ ਕੋਲ ਲੈ ਕੇ ਆਏ ਆ, ਕਿਉਂਕਿ ਸਾਡਾ ਤਾਂ ਆਪਸੀ ਲੜਾਈਆਂ ਵਿੱਚੋਂ ਹੀ ਨਹੀਂ ਵੇਲ ਮਿਲ ਰਿਹਾ। ਸਮਾਂ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਮੂੰਹ ਤੇ ਚਪੇੜਾ ਮਾਰੇਗਾ ਵੀ ਜਦੋਂ ਤੁਹਾਡਾ ਏਡਾ ਕੀਮਤੀ ਵਿਰਸਾ ਸੀ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ। ਅੱਜ ਲੋੜ ਹੈ ਜੇ ਜਵਾਨਾਂ ਨੂੰ ਭਟਕਣ ਤੋਂ ਬਚਾਉਣਾ ਤਾਂ ਬਾਰ-ਬਾਰ ਮਾਂ-ਬਾਪ ਆਪਣੇ ਫਰਜ਼ ਨੂੰ ਸੰਭਾਲਣ, ਸਕੂਲਾਂ ਦੀ ਵਿੱਦਿਆ ਚੰਗੀ ਹੋਵੇ, ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰੇ ਜਾਣ ਤੇ ਬੱਚੇ ਜਿਹੜੇ ਨੇ ਉਹ ਮੁੜ ਕੇ ਸਾਡੇ ਆਪਣੇ ਘਰਾਂ ਦੇ ਵਿੱਚ ਵਾਪਸ ਪਰਤ ਆਉਣਗੇ। ਨੌਜਵਾਨ ਵੀਰਾਂ ਵਾਸਤੇ ਕੋਈ ਮੈਸੇਜ ਤੁਹਾਡੇ ਵੱਲੋਂ? ਮੈਂ ਇਹੋ ਹੀ ਬੇਨਤੀ ਕਰਨੀ ਚਾਹੁੰਦਾ, ਪਿਆਰ ਵਾਲਿਓ, ਦੁਨੀਆ ਬਹੁਤ ਕੁਝ ਵਟਾ ਕੇ ਸੰਸਾਰ ਵਿੱਚ ਨਿਤ ਦਿਹਾੜੇ ਵਟਾਂਦਰਾ ਹੁੰਦਾ ਹੈ, ਹਰ ਰੋਜ਼ ਵਟਾਂਦਰਾ ਹੁੰਦਾ। ਅਸੀਂ ਪੈਸੇ ਦਿੰਨੇ, ਚੀਜ਼ਾਂ ਖਰੀਦਦੇ, ਰੋਜ਼ ਵਟਾਂਦਰਾ ਕਰਨੇ ਜੀਵਨ ਦਾ। ਪਰ ਬੇਨਤੀ ਕਰਾਂ, ਜਿਹਨੇ ਪੁੱਤਾਂ ਬਦਲੇ ਪੁੱਤ ਵਟਾਏ ਹੁਣ ਉਹ ਇੱਕੋ ਹੀ ਹੈ, ਉਹ ਕੋਈ ਹੋਰ ਨਹੀਂ ਹੈ। ਉਹਨੇ ਪੁੱਤਾਂ ਬਦਲੇ ਪੁੱਤ ਵਟਾਏ ਸੀ, ਉਹਨੇ ਆਪਣੇ ਪੁੱਤ ਸ਼ਹੀਦ ਕਰਵਾ ਕੇ ਕਫਨ ਵਿੱਚ ਨਾ ਪਾਏ ਸੀ, ਤੇ ਅੱਜ ਉਹ ਉਡੀਕਦਾ ਹੋਏਗਾ ਮੈਂ ਅਜੀਤ ਸਿੰਘ ਲੱਭਣਾ ਹੈ, ਪਰ ਅਜੀਤ ਸਿੰਘ ਠੇਕੇ ਤੇ ਨਾ ਜਾਣ ਵਾਲਾ ਹੋਵੇ। ਮੈਂ ਉਹ ਅਜੀਤ ਸਿੰਘ ਲੱਭਣਾ ਹੈ ਜਿਹੜਾ ਗੁਰੂ ਚਰਨਾਂ ਵਿੱਚ ਜੁੜਨ ਵਾਲਾ ਹੋਵੇ। ਅਜੀਤ ਸਿੰਘ ਦਾ ਵਾਰਸ ਅੱਜ ਠੇਕੇ ਤੇ ਖਲੋਤਾ ਹੈ, ਅਜੀਤ ਸਿੰਘ ਦਾ ਵਾਰਸ ਅੱਜ ਨਸ਼ੇ ਪੀ ਕੇ ਲਿਟਿਆ ਪਿਆ। ਅੱਜ ਬਹੁਤ ਵੱਡੀ ਲੋੜ ਹੈ ਇਸ ਗੱਲ ਦੀ, ਉਸ ਨੌਜਵਾਨ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਈਏ ਤੇ ਮੈਨੂੰ ਪੂਰੀ ਆਸ ਹੈ ਉਹ ਵਾਪਸ ਪਰਤਣਗੇ, ਕਿਉਂਕਿ ਉਹਨਾਂ ਦੇ ਕੋਲ ਸੱਚ ਆ ਜਾਏਗਾ। ਜੀ ਬਿਲਕੁਲ ਬਿਲਕੁਲ ਬਾਪੂ ਜੀ, ਬਿਲਕੁਲ। ਸੋ ਆਪ ਜੀ ਦਾ ਜਿਹੜਾ ਕੀਮਤੀ ਸਮਾਂ ਬਾਪੂ ਜੀ ਅਸੀਂ ਲਿਆ, ਉਹਦੇ ਲਈ ਆਪ ਜੀ ਦਾ ਬਹੁਤ 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 ਧੰਨਵਾਦ। ਔਰ ਆਸ ਕਰਦੇ ਹਾਂ ਬਾਪੂ ਜੀ ਕਿ ਫਿਰ ਐਸਾ ਸਮਾਂ ਆਏ ਕਿ ਆਪ ਜੀ ਨਾਲ ਫਿਰ ਵਿਚਾਰ ਵਟਾਂਦਰਾ ਹੋਵੇ ਤੇ ਆਪਾਂ ਕੁਝ ਸਿੱਖੀਏ ਤੁਹਾਡੇ ਤੋਂ। ਦੀ ਖਿਮਾ ਜੀ, ਸਾਰਿਆਂ ਨੂੰ ਪਿਆਰ ਭੇਜੀ ਫਤਿਹ। ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਸੁਣਿਆ ਤੁਸੀਂ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ। ਅੱਜ ਦਿਲੋਂ ਇਹ ਗੱਲ ਕਰ ਜੀ ਕਰ ਰਿਹਾ ਕਿ ਵਾਕਈ ਨੌਜਵਾਨਾਂ ਪ੍ਰਤੀ ਜਿਹੜੀ ਵਿਚਾਰ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਨੇ ਦਿੱਤੀ ਹੈ, ਉਹ ਵਾਕਈ ਬਹੁਤ ਹੀ ਡੂੰਘਾਈ ਵਾਲੀ ਹੈ ਤੇ ਬੜੀ ਸੋਚਣ ਤੇ ਸਮਝਣ ਵਾਲੀ ਹੈ। ਔਰ ਅੱਜ ਦੀ ਅਗਰ ਇਹ ਵਿਚਾਰ ਨੂੰ ਸੁਣ ਕੇ ਸਾਡਾ ਨੌਜਵਾਨ ਨਾ ਜਾਗਿਆ ਤੇ ਮੈਨੂੰ ਲੱਗਦਾ ਹੈ ਫਿਰ ਸ਼ਾਇਦ ਸਾਡੇ 'ਚ ਆਪਣੇ 'ਚ ਕਮੀ ਹੈ, ਸ਼ਾਇਦ ਅਸੀਂ ਪ੍ਰਚਾਰ ਜਿਹੜਾ ਹੈ ਉਹ ਸਹੀ ਢੰਗ ਨਾਲ ਨਹੀਂ ਕਰ ਪਾ ਰਹੇ। ਸੋ ਸਾਧ ਸੰਗਤ ਜੀ, ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ ਨੌਜਵਾਨਾਂ ਨੂੰ, ਖਾਸ ਕਰਕੇ ਜਿਹੜੇ ਨੌਜਵਾਨ ਵੀਰ ਇਹ ਪ੍ਰੋਗਰਾਮ ਦੇਖ ਰਹੇ ਸਨ, ਲਾਈਵ ਸੁਣ ਰਹੇ ਸਨ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੂੰ, ਤੁਸੀਂ ਸੋਚੋ ਅਮਰੀਕਾ ਦੇ ਵਿੱਚ ਉਹ ਬੈਠੇ ਹੋਏ ਨੇ, ਉਸ ਤੋਂ ਬਾਵਜੂਦ ਵੀ ਉਹਨਾਂ ਨੇ ਸਮਾਂ ਦਿੱਤਾ ਔਰ ਨੌਜਵਾਨਾਂ ਪ੍ਰਤੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਉਹ ਬਾਹ ਕਮਾਲ ਕੀਤੀ ਹੈ। ਸੋ ਮੈਂ ਤਹਿ ਦਿਲੋਂ ਉਹਨਾਂ ਦਾ ਜਿੰਨਾ ਹੋ ਸਕੇ ਧੰਨਵਾਦ ਉਹਨਾਂ ਦਾ ਕਰਦਾ ਵਾਂ। ਔਰ ਨਾਲ ਦੀ ਨਾਲ ਤੁਹਾਨੂੰ ਬੇਨਤੀ ਕਰ ਦਿੰਦਾ ਵਾਂ ਵੀ ਕੱਲ੍ਹ ਸਵੇਰੇ 10:30 ਵਜੇ ਨਾਲ ਆਪਾਂ ਭਾਈ ਪ੍ਰੋਫੈਸਰ ਨਛੱਤਰ ਸਿੰਘ ਜੀ ਨਾਲ ਵਿਚਾਰ ਚਰਚਾ ਕਰਨੀ ਹੈ। ਕੱਲ੍ਹ ਸਵੇਰ ਨੂੰ
ਸਵੇਰੇ 10:30 ਵਜੇ ਆਪਾਂ ਆਨਲਾਈਨ ਆ ਜਾਣਾ ਹੈ ਫੇਸਬੁੱਕ ਤੇ ਤੁਸੀਂ ਜਿੰਨੇ ਸਰੋਤੇ ਹੋ ਸਾਰੇ ਕੋਈ 9:30 ਵਜੇ ਨਾਲ 10:30 ਮਾਫੀ ਚਾਹਾਂਗਾ 10:30 ਵਜੇ ਤੁਸੀਂ ਸਾਰੇ ਆਨਲਾਈਨ ਆ ਜਾਇਓ ਤੇ ਪ੍ਰੋਫੈਸਰ ਨਛੱਤਰ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਨੀ ਹੈ ਵੀ ਸਿੱਖ ਦੀ ਪਹਿਚਾਣ ਕਿਵੇਂ ਹੋ ਸਕਦੀ ਹੈ, ਸਿੱਖ ਅਸੀਂ ਕਿੱਦਾਂ ਪਹਿਚਾਣ ਕਰੀਏ ਵੀ ਸਿੱਖ ਕੌਣ ਹੈ। ਕਿ ਕੇਵਲ ਜਿਨੇ ਦਸਤਾਰ ਸੋਹਣੀ ਸਜਾਈ ਹੈ ਜਾਂ ਕਿੰਨੇ ਕੇਵਲ ਸ਼ਸਤਰ ਪਾਏ ਨੇ ਜਾਂ 5 ਕਕਾਰ ਦਾ ਧਾਰਨੀ ਹੈ, ਕਿ ਕੇਵਲ ਉਹਨੂੰ ਸਿੱਖ ਕਿਹਾ ਜਾਂਦਾ ਹੈ। ਤੇ ਇਹਦੀ ਪਹਿਚਾਣ ਬਾਰੇ ਕੱਲ ਵਿਚਾਰ ਚਰਚਾ ਪ੍ਰੋਫੈਸਰ ਨਛੱਤਰ ਸਿੰਘ ਜੀ ਨਾਲ ਹੋਣੀ ਹੈ। ਸੋ ਸਾਧ ਸੰਗਤ ਜੀ, ਮੇਰੀ ਹੱਥ ਬਣ ਕੇ ਇੱਕ ਬੇਨਤੀ ਹੋਰ ਹੈ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਹਰ ਇੱਕ ਨੌਜਵਾਨਾਂ ਤੱਕ ਇਹ ਵੀਡੀਓ ਪਹੁੰਚੇ, ਸਾਡੇ ਨੌਜਵਾਨ ਜਾਗ ਸਕਣ, ਸਾਡੇ ਨੌਜਵਾਨ ਸਿੱਖੀ ਪ੍ਰਤੀ ਜਿਹੜੇ ਉਹ ਜਾਗਰੂਕ ਹੋ ਸਕਣ। ਸੋ ਕੱਲ੍ਹ ਨੂੰ ਪ੍ਰੋਫੈਸਰ ਨਛੱਤਰ ਸਿੰਘ ਜੀ ਨਾਲ ਵੀ ਅਸੀਂ ਗੱਲਬਾਤ ਕਰਨੀ ਹੈ ਤੇ ਤੁਸੀਂ ਸਾਰਿਆਂ ਦਾ ਜਿਹੜੇ ਵੀ ਵੀਰ ਆਨਲਾਈਨ ਆਏ ਨੇ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਵੇਖਿਆ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਜਿਹੜੇ ਵੀ ਜੁੜੇ ਨੇ ਨਾਲ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਕੱਲ੍ਹ ਮਿਲਦੇ ਹਾਂ ਸਵੇਰੇ ਠੀਕ 10:30 ਵਜੇ ਪ੍ਰੋਫੈਸਰ ਨਛੱਤਰ ਸਿੰਘ ਜੀ ਨਾਲ ਤੇ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ। ਤੇ ਜੇ ਹੁਣੇ ਵੀ ਕਿਸੇ ਵੀਰ ਨੇ ਕਿਸੇ ਸੱਜਣ ਨੇ ਕੋਈ ਗੱਲਬਾਤ ਕਰਨੀ ਹੋਵੇ ਜਾਂ ਕੋਈ ਵਿਚਾਰ ਦੇਣੀ ਹੋਵੇ ਤੇ ਉਹ ਆਨਲਾਈਨ ਆ ਕੇ ਦੇ ਸਕਦਾ ਹੈ। ਗੁਰਦੀਪ ਸਿੰਘ ਵੀਰ ਜੀ ਧੰਨਵਾਦ ਵੀਰ ਜੀ, ਮਾफ़ ਕਰਨਾ ਮੈਂ ਲੇਟ ਹੋ ਗਿਆ। ਕੋਈ ਗੱਲ ਨਹੀਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਗੱਲ ਨਹੀਂ ਵੀਰ ਜੀ, ਤੁਹਾਡਾ ਧੰਨਵਾਦ, ਤੁਸੀਂ ਲੇਟ ਆਏ ਪਰ ਚਲੋ ਤੁਸੀਂ ਜੁਆਇਨ ਤੇ ਕੀਤਾ। ਗੁਰਵਿੰਦਰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਗੁਰਵਿੰਦਰ ਸਿੰਘ ਜੀ ਵੀ ਸਾਨੂੰ ਦੇਖ ਰਹੇ ਨੇ, ਦਵਿੰਦਰ ਸਿੰਘ ਜੀ, ਹਰਦੀਪ ਸਿੰਘ ਜੀ, ਜਰਮਨਜੀਤ ਸਿੰਘ ਜੀ, ਸਾਰਿਆਂ ਦਾ ਧੰਨਵਾਦ ਵੀਰ ਜੀ। ਜਿਹੜੇ ਵੀਰ ਅਗਰ ਕੋਈ ਵਿਚਾਰ ਚਰਚਾ ਜਾਂ ਕੋਈ ਸਲਾਹ ਦੇਣਾ ਚਾਹੁੰਦੇ ਨੇ ਉਹ ਆਨਲਾਈਨ ਆ ਕੇ ਲਾਈਵ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ, ਕੋਈ ਐਸੀ ਗੱਲ ਨਹੀਂ ਹੈਗੀ। ਜੇ ਕਿਸੇ ਨੇ ਕੋਈ ਵਿਚਾਰ ਜਾਂ ਕੋਈ ਸਲਾਹ ਦੇਣੀ ਹੋਵੇ ਤੇ ਉਹ ਬੇਸ਼ੱਕ ਹੁਣੇ ਆ ਕੇ ਗੱਲਬਾਤ ਸਾਡੇ ਨਾਲ ਕਰ ਸਕਦੇ ਨੇ। ਸੋ ਸਾਰਿਆਂ ਦਾ ਧੰਨਵਾਦ ਹੈਗਾ। ਤੇ ਇਹ ਪ੍ਰੋਗਰਾਮ ਜਿਹੜਾ ਹੈ ਉਹ ਆਪਾਂ ਸ਼ਨੀਵਾਰ ਤੇ ਐਤਵਾਰ ਦਾ ਰੱਖਿਆ ਸੀ ਪਰ ਅੱਜ ਭਾਈ ਸਾਹਿਬ ਜੀ ਦਾ ਸਮਾਂ ਮਿਲਿਆ ਸਾਨੂੰ ਸ਼ੁੱਕਰਵਾਰ ਨੂੰ ਤੇ ਅੱਜ ਅਸੀਂ ਉਹਨਾਂ ਦਾ ਪ੍ਰੋਗਰਾਮ ਰੱਖ ਲਿਆ ਤੇ ਕੱਲ੍ਹ ਦਾ ਇੱਕ ਪ੍ਰੋਗਰਾਮ ਸ਼ਨੀਵਾਰ ਦਾ ਆਪਾਂ ਪ੍ਰੋਫੈਸਰ ਨਛੱਤਰ ਸਿੰਘ ਜੀ ਨਾਲ ਕਰਨਾ ਹੈਗਾ ਤੇ ਬਾਕੀ ਅਗਲੇ ਸ਼ਨੀਚਰਵਾਰ ਤੇ ਐਤਵਾਰ ਆਪਾਂ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਕੋਈ ਭੁੱਲ ਚੁੱਕ ਹੋਈ ਤੇ ਬੇਸ਼ੱਕ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ। ਜੇ ਕੋਈ ਵਿਚਾਰ ਹੋਵੇ ਤੇ ਮੈਸੇਜ ਬਾਕਸ 'ਚ ਜਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਦੇਣੇ ਨਾ ਭੁੱਲਿਓ। ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ। ਫਤਿਹ ਬੁਲਾਓ। ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਵਿੰਦਰ ਸਿੰਘ ਜਮਸ਼ੇਦਪੁਰੀ, ਝਾਰਖੰਡ ਜਮਸ਼ੇਦਪੁਰ ਤੋਂ।